ਗੁਰਬਾਣੀ ਦੀ ਲੜੀਵਾਰ ਪਾਵਨ ਵਿਚਾਰ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚੋਂ ਤੀਸਰੀ ਅਸ਼ਟਪਦੀ, ਜਿਸ ਦੀ ਆਪਾਂ ਅੱਜ ਆਰੰਭਤਾ ਕਰਨ ਜਾ ਰਹੇ ਹਾਂ। ਸ਼ਲੋਕ ਤੇ ਪਹਿਲੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪਾਂ ਅਦਬ ਸਹਿਤ ਵਿਚਾਰ ਨਾਲ ਜੁੜਨਾ ਕਰੀਏ। ਪਿਆਰ ਸਹਿਤ ਸਾਰੀ ਸੰਗਤ ਜੋ ਗੁਰਚਰਨਾਂ ਵਿੱਚ ਬੈਠੀ ਹੈ, ਘਰਾਂ ਪਰਿਵਾਰਾਂ 'ਚ ਮੀਡੀਆ ਰਾਹੀਂ ਜੋ ਵੀ ਗੁਰਮੁਖ ਪਿਆਰੇ ਜਗਿਆਸੂ ਜਨ ਇਸ ਦਰ ਘਰ ਤੋਂ ਬਾਣੀ ਦਾ ਕੀਰਤਨ ਵਿਚਾਰ ਸਰਵਣ ਕਰਦੇ ਨੇ, ਪਿਆਰ ਸਹਿਤ ਸਾਰੇ ਸਤਸੰਗੀ ਜਨ ਫਤਿਹ ਦੀ ਆਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਸ਼ਲੋਕ ਹੈ। ਜੇ ਸ਼ਲੋਕ ਵਿੱਚ ਸਤਿਗੁਰ ਨੇ ਇਹ ਵਿਚਾਰ ਸਾਡੇ ਸਨਮੁਖ ਰੱਖੀ ਹੈ। ਸੰਸਾਰ ਦੇ ਅੰਦਰ ਕਿਤਨੇ ਪ੍ਰਕਾਰ ਦੇ ਮਜ਼ਹਬ ਮਤ ਮਤਾਂਤਰ ਨੇ, ਜਿਹੜੇ ਆਪਣੇ ਆਪਣੇ ਢੰਗ ਦੇ ਨਾਲ ਪ੍ਰਭੂ ਪ੍ਰਾਪਤੀ ਦਾ ਮਾਰਗ ਦੱਸਦੇ ਨੇ, ਪਰ ਗੁਰਮਤਿ ਨੇ ਸਭਨਾਂ ਤੋਂ ਸ੍ਰੇਸ਼ਟ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਬਿਆਨ ਕੀਤਾ। ਕਈਆਂ ਨੇ ਹੱਠ ਕੀਤੇ, ਕਈਆਂ ਨੇ ਸਰੀਰ ਦੇ ਸਾਧਨ ਸਾਧੇ ਜੋਗੀ ਬਣ ਗਏ, ਕਈਆਂ ਨੇ ਹਵਨ ਕੀਤੇ, ਕਈਆਂ ਨੇ ਤੀਰਥ ਕੀਤੇ, ਕਈਆਂ ਨੇ ਵਰਤ ਰੱਖੇ, ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਇਸ ਅਸ਼ਟਪਦੀ ਅੰਦਰ ਕਰਕੇ ਇਹ ਦੱਸਦੇ ਨੇ ਸਭ ਤੋਂ ਉੱਤਮ ਮਾਲਕ ਵਾਹਿਗੁਰੂ ਦਾ ਨਾਮ ਹੈ। ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ, ਹਵਨ ਕੌਣ ਕਰਾਏਗਾ ਅੱਜ ਦੇ ਸਮੇਂ 'ਚ? ਅੱਜ ਦੇ ਸਮੇਂ 'ਚ ਆਪਾਂ ਧਰਤੀ ਦੇ ਭਰਮਣ ਦੀ ਗੱਲ ਕਰੀਏ, ਤੀਰਥਾਂ 'ਤੇ ਬੜਾ ਮੁਸ਼ਕਲ ਹੈ। ਸਾਰੇ ਨਹੀਂ ਕਰ ਸਕਣਗੇ, ਕਰ ਜ਼ਰੂਰ ਲੈਣਗੇ, ਪਰ ਕੁਝ ਲੋਕ ਹੀ ਕਰ ਸਕਦੇ ਨੇ। ਪਰ ਜੇ ਆਪਾਂ ਨਾਮ ਜਪਣ ਦਾ ਜ਼ਿਕਰ ਕਰੀਏ, ਉਹ ਕੋਈ ਵੀ ਜਪ ਸਕਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪ ਸਕਦਾ ਹੈ। ਕਿਰਤਕਾਰ ਕਰਦਿਆਂ ਹੋਇਆਂ ਧਿਆਨ ਆਪਣਾ ਉਸ ਮਾਲਕ ਦੇ ਚਰਨਾਂ ਦੇ ਅੰਦਰ ਰੱਖ ਸਕਦਾ ਹੈ। ਬਾਕੀ ਕਰਮ ਸਾਰੇ ਨਹੀਂ ਕਰ ਸਕਦੇ। ਮੈਂ ਕੱਲ ਬੇਨਤੀ ਕੀਤੀ ਸੀ, ਲੰਗਰ ਸਾਰੇ ਨਹੀਂ ਲਾ ਸਕਦੇ। ਮੈਨੂੰ ਇਹ ਵੀ ਕਹਿਣ ਦੇਣਾ, ਅਖੰਡ ਪਾਠ ਸਾਹਿਬ ਸਾਰੇ ਨਹੀਂ ਰਖਾ ਸਕਦੇ। 5100 ਦੀ ਪਰਚੀ ਪਹਿਲੋਂ ਕਟਾਊਗਾ, ਫੇਰ ਹੀ ਕੋਈ ਰਖਾਊਗਾ। ਤੋ ਜਿਹਦੀ ਦਾਲ ਫੁਲਕਾ ਇੱਕ ਦਿਨ ਦਾ ਆਪਣਾ ਪੂਰਾ ਹੁੰਦਾ, ਉਹ ਕਿੱਥੋਂ ਕਰੇ? ਹਾਂ, ਰੱਬੀ ਯਾਦ ਵਿੱਚ ਹਰੇ ਕੋਈ ਜੁੜ ਸਕਦਾ। ਕੋਈ ਵੀ ਕਿਰਤ ਕਰਦਾ ਹੋਏ, ਉਹ ਅਮੀਰ ਹੋਏ, ਉਹ ਗਰੀਬ ਹੋਏ, ਵੱਡਾ ਹੋਏ, ਛੋਟਾ ਹੋਏ, ਕਿੱਥੋਂ ਦਾ ਵੀ ਹੋਏ, ਨਾਮ ਦੀ ਦਾਤ ਸਭਨਾਂ ਦੇ ਜੀਵਨ 'ਚ ਵਰਤ ਸਕਦੀ ਹੈ। ਤੋ ਤਾਂ ਹੀ ਸਾਹਿਬ ਜੀ ਕਹਿੰਦੇ ਨਾਮ ਸਭ ਤੋਂ ਸ੍ਰੇਸ਼ਟ ਹੈ। ਜਿਹਨੂੰ ਭਗਤ ਕਬੀਰ ਜੀ ਕਹਿਣ ਲੱਗੇ, ਕਹਿਤ ਕਬੀਰ ਮਦਨ ਕੇ ਮਾਤੇ, ਹੇ ਹੰਕਾਰ ਵਿੱਚ ਮੱਤੇ ਹੋਏ। ਭਗਤ ਕਬੀਰ ਜੀ ਕੋਲ ਕੋਈ ਸੱਜਣ ਆ ਗਿਆ ਵੀ ਮੇਰੇ ਕੋਲ ਹਾਥੀ ਨੇ, ਘੋੜੇ ਨੇ, ਮੇਰੀ ਜਾਤ ਬੜੀ ਵੱਡੀ ਹੈ, ਮੈਂ ਕਿੰਨੇ ਧਰਮ ਦੇ ਕਰਮ ਕਰਾ ਲੈਣਾ ਹੈ, ਕਿੰਨੇ ਬ੍ਰਹਮ ਭੋਜ ਕਰਾ ਦਿੰਦਾ। ਭਗਤ ਜੀ ਕਹਿੰਦੇ ਕਿ ਤੂੰ ਸੁਣ, ਮਦਨ ਕੇ ਮਾਤੇ, ਹੰਕਾਰ 'ਚ ਮੱਤੇ ਹੋਏ, ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਤੇਰੇ ਕੋਲ ਲੱਖਾਂ ਹਾਥੀ ਘੋੜੇ ਹੋਣਗੇ, ਤੁਮ ਕਰ, ਤੇਰੇ ਕਰ। ਮੁਬਾਰਕ ਹੈ, ਜੋ ਚੀਜ਼ਾਂ ਤੇਰੇ ਘਰ ਨੇ ਉਹ ਮੇਰੇ ਨਹੀਂ। ਤੇ ਵੀ ਮੈਂ ਮਾਣ ਨਾਲ ਆਖਦਾ, ਜੋ ਮਾਲਕ ਨੇ ਮੈਨੂੰ ਬਖਸ਼ਿਆ ਉਹ ਤੈਨੂੰ ਨਹੀਂ ਮਿਲਿਆ। ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਕਰ ਏਕ ਮੁਰਾਰੀ। ਤੋ ਮੁਰਾਰੀ ਸਭਨਾਂ ਦਾ ਹੈ, ਉਹਦੇ ਨਾਲ ਕੋਈ ਵੀ ਪ੍ਰੀਤ ਪਾ ਸਕਦਾ। ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ, ਆਪਣ ਬਾਪੈ ਨਾਹੀਂ ਕਿਸੀ ਕੋ, ਭਾਵਨ ਕੋ ਹਰ ਰਾਜਾ। ਮਾਲਕ ਵਾਹਿਗੁਰੂ ਜਿਹੜਾ ਪ੍ਰੇਮ ਭਾਵਨਾ ਦਾ ਭੁੱਖਾ ਹੈ,
ਗੁਰਦੇਵ ਕਹਿੰਦੇ ਸਭ ਤੋਂ ਉੱਤਮ ਕਰਮ ਹੈ ਉਹਦੇ ਪ੍ਰਤੀ ਭਾਵਨਾ ਪ੍ਰੇਮ ਪ੍ਰਗਟ ਕਰਨਾ ਨਾਮ ਰੂਪ ਦੇ ਅੰਦਰ। ਬਹੁਤ ਸ਼ਾਸਤਰ, ਬੜੇ ਸ਼ਾਸਤਰ ਨੇ, ਯੋਗ ਸ਼ਾਸਤਰ ਹੈ, ਵਿਦਾਂਤ ਸ਼ਾਸਤਰ ਹੈ, ਮੀਮਾਂਸਾ ਸ਼ਾਸਤਰ ਹੈ, ਸ਼ਾਸਤਰ ਨੇ ਜਿਨ੍ਹਾਂ ਦੀ ਗਿਣਤੀ 6 ਰੂਪ ਦੇ ਅੰਦਰ ਹੈ। ਪਰ ਸਾਹਿਬ ਕਹਿੰਦੇ ਕਈ ਹੋਣ। ਬਹੁਤ ਸਿਮਰਤੀ, ਕਿੰਨੀਆਂ ਸਿਮਰਤੀਆਂ ਨੇ, ਪੇਖੇ ਸਰਬ ਢੰਡੋਲ ਸਾਰੇ ਫਰੋਲ ਕੇ ਦੇਖ ਲਏ। ਤੇ ਨਿਰਣਾ ਕੀ ਨਿਕਲਿਆ? ਸਾਹਿਬ ਆਖਦੇ ਨੇ ਪੁੱਜਸ ਨਾਹੀ ਹਰ ਹਰੇ। ਪੁੱਜਸ ਦਾ ਅਰਥ ਹੈ ਪੁੱਜਣਾ, ਕੰਪੇਅਰ ਕਰਨਾ, ਬਰਾਬਰ ਹੋਣਾ। ਜੇ ਸਾਰੀਆਂ ਚੀਜ਼ਾਂ ਇੱਕ ਪਾਸੇ ਰੱਖ ਲਈਏ, ਵਾਹਿਗੁਰੂ ਦਾ ਨਾਮ ਇੱਕ ਪਾਸੇ ਰੱਖ ਲਈਏ, ਇਹ ਨਾਮ ਦੇ ਤੁੱਲ ਨਹੀਂ ਹੋ ਸਕਦੇ। ਹਲਕੇ ਨੇ, ਬਹੁਤ ਹੌਲੇ ਨੇ। ਸਾਹਿਬ ਕਹਿੰਦੇ ਨਾਨਕ ਨਾਮ ਅਮੋਲ। ਧੰਨ ਗੁਰੂ ਅਰਜੁਨ ਦੇਵ ਸਾਹਿਬ ਆਖਦੇ ਨੇ ਵਾਹਿਗੁਰੂ ਦਾ ਨਾਮ ਬੜਾ ਅਮੋਲਕ ਹੈ, ਬੜੀ ਅਦੁੱਤੀ ਦਾਤ ਹੈ। ਤੇ ਇਹ ਵੀ ਹਕੀਕਤ ਹੈ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਇਹ ਵੀ ਹਕੀਕਤ ਹੈ। ਲੋਕ ਵਰਤਾਂ ਵੱਲ ਭੱਜ ਪਏ, ਤੀਰਥਾਂ ਵੱਲ ਭੱਜ ਪਏ, ਸ਼ਾਸਤਰਾਂ ਵੱਲ ਭੱਜ ਪਏ, ਸਿਮਰਤੀਆਂ ਵੱਲ ਭੱਜ ਪਏ। ਨਾਮ ਵਾਲੇ ਪਾਸੇ ਵੀ ਕੋਈ ਵਿਰਲਾ ਭਾਗਾਂ ਵਾਲਾ ਜਾਂਦਾ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਗੁਰਦੇਵ ਕਹਿੰਦੇ ਇਹਦੀ ਕੀਮਤ ਕੋਈ ਜਾਣਦਾ ਹੈ, ਜਿਨ੍ਹਾਂ ਭਾਗ ਮਥਾ ਨਾਨਕ ਹਰ ਰੰਗ ਮਾਣ ਦੋ। ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ, ਉਹ ਮਾਲਕ ਵਾਹਿਗੁਰੂ ਦੇ ਪ੍ਰੇਮ ਰੰਗ ਨੂੰ ਮਾਣਦੇ ਨੇ, ਜਿਹੜਾ ਨਾਮ ਬੜਾ ਅਮੋਲਕ ਹੈ। ਸਤਿਗੁਰੂ ਅੱਗੇ ਅਸ਼ਟਪਦੀ ਅੰਦਰ ਇਸੇ ਭਾਵ ਨੂੰ ਉਜਾਗਰ ਕਰਦੇ ਪਏ ਨੇ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ। ਜਿੰਨੇ ਵੀ ਜਾਪ ਨੇ ਮੰਤਰਾਂ ਦੇ, ਤਾਪ ਜਿੰਨੇ ਵੀ ਤਪ ਤਪਾਉਣੇ ਨੇ ਕਈ ਰੂਪਾਂ ਦੇ, ਗਿਆਨ ਸਭ ਧਿਆਨ ਜਿੰਨੇ ਵੀ ਗਿਆਨ ਨੇ, ਜਿੰਨੇ ਵੀ ਧਿਆਨ ਨੇ, ਸਮਾਧੀਆਂ ਲੱਗਦੀਆਂ ਨੇ, ਜਿਤਨੇ ਵੀ ਗਿਆਨ ਦੇ ਸ਼ਾਸਤਰ ਸਤਿਗੁਰ ਕਹਿਣ ਲੱਗੇ ਗਿਆਨ ਦੇ ਸਾਧਨ ਹੋਣ। ਜਿਹਦਾ ਜੀਵਨ ਦੇ ਵਿੱਚ ਅਨੁਭਵ ਨਹੀਂ ਹੋਇਆ, ਉਹ ਗਿਆਨ ਕੀ ਕਰੇਗਾ? ਜਿਹੜਾ ਕਿਸੇ ਕੋਲ ਸੁਣਿਆ ਹੈ, ਪੜ੍ਹਿਆ ਹੈ, ਪਰ ਸਾਡੇ ਅਨੁਭਵ ਦੇ ਵਿੱਚ ਨਹੀਂ ਆਇਆ, ਉਹ ਗਿਆਨ ਦੇ ਨਾਲ ਸਾਡਾ ਭਲਾ ਹੋਣ ਵਾਲਾ ਨਹੀਂ ਹੈ। ਜਿਹੜੀ ਜਾਣਕਾਰੀ ਅਸੀਂ ਇਕੱਠੀ ਕਰਕੇ ਆਪਣੇ ਆਪ ਨੂੰ ਪੜ੍ਹੇ ਲਿਖੇ ਗਿਆਨੀ ਸਮਝ ਰਹੇ ਹਾਂ, ਚਿੰਤਾ 'ਚ ਫੇਰ ਪਏ ਹੋਏ ਹਾਂ, ਈਰਖਾ 'ਚ ਫੇਰ ਪਏ ਹੋਏ ਹਾਂ, ਹੰਕਾਰ ਦੇ ਵਿੱਚ ਬੰਦਾ ਫੇਰ ਪਿਆ ਹੋਏ। ਗਿਆਨ ਉਹਨੂੰ ਹੋਏ ਸਾਰਾ, ਉਹਦਾ ਗਿਆਨ ਦੱਸੋ, ਫਿਰ ਉਹਦਾ ਗਿਆਨ ਵੀ ਇੱਕ ਝੂਠ ਹੀ ਹੋਏਗਾ ਨਾ। ਜੇ ਸੱਚ ਜੀਵਨ 'ਚ ਵਰਤ ਨਹੀਂ ਰਿਹਾ, ਸੱਚ ਕਹਿਆ ਸੁਣਿਆ ਵੀ ਮੈਨੂੰ ਕਹਿਣ ਦੇਣਾ ਝੂਠ ਹੋ ਜਾਂਦਾ। ਜੇ ਜੀਵਨ 'ਚ ਹੀ ਨਹੀਂ ਵਰਤ ਰਿਹਾ, ਕੋਈ ਬੰਦਾ ਕਿੰਨਾ ਮਰਜ਼ੀ ਕਹੇ ਮੈਂ ਸੱਚ ਬੋਲਦਾ, ਸੱਚ ਬੋਲਦਾ, ਕਿਉਂਕਿ ਸੱਚ ਬੋਲਣ ਦਾ ਵਿਸ਼ਾ ਨਹੀਂ ਹੈ, ਸੱਚ ਤੇ ਕਮਾਉਣ ਦਾ ਵਿਸ਼ਾ, ਅਨੁਭਵ ਦਾ ਵਿਸ਼ਾ। ਜੇ ਕੋਈ ਇਹ ਦਾਅਵਾ ਕਰ ਰਿਹਾ ਮੇਰਾ ਗਿਆਨ ਵੱਡਾ ਹੈ, ਮੇਰਾ ਧਿਆਨ ਵੱਡਾ ਹੈ, ਮੈਂ ਸੱਚ ਬੋਲਦਾ, ਅੱਜ ਕੱਲ੍ਹ ਸਾਡੇ ਪ੍ਰਚਾਰਕ ਬੜਾ ਕਹਿ ਰਹੇ ਨੇ ਅਸੀਂ ਸੱਚ ਬੋਲਦੇ ਹਾਂ। ਤਾਂ ਸੱਚ ਤੇ ਕੋਈ ਵੀ ਬੋਲਦਾ ਰਹੇ ਪੜ੍ਹ ਕੇ, ਵੱਡੀ ਗੱਲ ਨਹੀਂ ਹੈ। ਸੱਚ ਬੋਲਣਾ ਸੌਖਾ ਹੈ, ਸੱਚ ਕਮਾਉਣਾ ਬੜਾ ਔਖਾ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਸਤਿਗੁਰ ਕਹਿੰਦੇ ਉੱਥੋਂ ਤੱਕ ਪਹੁੰਚਣਾ ਸੱਚ ਦਾ ਅਕਸਰ ਮਕਸਦ ਹੁੰਦਾ ਹੈ, ਮਨੋਰਥ ਹੁੰਦਾ ਹੈ। ਤੋ ਜਿਨ੍ਹਾਂ ਕੋਲ ਗਿਆਨ ਹੈ ਬਹੁਤ ਸਾਰਾ, ਬੜਾ ਪੜ੍ਹ ਗਏ ਅਸੀਂ, ਬੜੇ ਧਿਆਨ, ਸਾਹਿਬ ਜੀ ਕਹਿੰਦੇ, ਪਰ ਨਾਮ ਤੋਂ ਬਿਨਾਂ, ਉਹਦੇ ਅਨੁਭਵ ਤੋਂ ਬਿਨਾਂ, ਉਹਦੇ ਅਹਿਸਾਸ ਤੋਂ ਬਿਨਾਂ ਸਭ ਥੋਤੇ ਨੇ। ਖਟ ਸ਼ਾਸਤਰ ਸਿਮਰਿਤ ਵਖਿਆਨ। ਖਟ 6 ਸ਼ਾਸਤਰ ਹੋਣ, ਸਿਮਰਤੀਆਂ ਨੇ ਜਿਹੜੀਆਂ 27 ਮਨੂ ਸਿਮਰਤੀਆਂ, ਸਿਮਰਤੀਆਂ ਦਾ ਵਖਿਆਨ ਹੋਏ ਬਹੁਤ ਜ਼ਿਆਦਾ। ਜਿਵੇਂ ਭਗਤ ਕਬੀਰ ਜੀ ਕਹਿਣ ਲੱਗੇ ਵੀ ਅੱਜ ਕੋਈ ਬੰਦਾ ਪਿੰਡ 'ਚ ਆ ਕੇ ਰੌਲਾ ਪਾ ਰਿਹਾ, ਇੱਕ ਦਰਵਾਜ਼ਾ ਖੜਕਾਇਆ, ਭਾਈ ਤੁਹਾਨੂੰ ਪਤਾ ਨਹੀਂ ਤੁਹਾਡੇ ਖੇਤ ਤੇ ਗਾਵਾਂ ਮੱਝਾਂ ਖਾ ਗਈਆਂ। ਦੂਜਾ ਖੜਕਾਇਆ, ਰੋਜ਼ ਲੋਕਾਂ ਨੂੰ ਪੁੱਛਦਾ,
ਰੋਜ਼ ਲੋਕਾਂ ਨੂੰ ਕਹਿੰਦਾ ਵੀ ਤੁਹਾਡੇ ਖੇਤ ਜਾਨਵਰ ਖਾ ਗਏ, ਜਾਨਵਰ ਖਾ ਗਏ। ਲੋਕਾਂ ਨੂੰ ਕਹਿ ਰਿਹਾ, ਪਰ ਇੱਕ ਦਿਨ ਲੋਕਾਂ ਨੇ ਵੇਖਿਆ ਤਾਂ ਖੇਤ ਤੇ ਆਪ ਉਜੜਿਆ ਹੋਇਆ ਹੈ। ਉਹਦੇ ਖੇਤ ਵਿੱਚ ਤੇ ਕੋਈ ਵੀ ਬੂਟਾ ਨਹੀਂ ਹੈ। ਬਹੁਤ ਵਾਰ ਬੰਦਾ ਗਿਆਨ, ਧਿਆਨ, ਵਿਖਿਆਨ ਕਰਦਾ ਲੋਕਾਂ ਵਾਸਤੇ, ਪਰ ਆਪਣਾ ਜ਼ਿੰਦਗੀ ਦਾ ਖੇਤ ਉਜੜਿਆ ਹੁੰਦਾ ਮੇਰੇ ਵਰਗੇ ਦਾ। ਜਿਹਨੂੰ ਭਗਤ ਕਬੀਰ ਜੀ ਕਹਿੰਦੇ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਉਹ ਦੂਜੀ ਰਾਸ ਰਾਖੀ ਰੱਖ ਰਹੇ ਨੇ। ਅਵਰੈ ਕੋ ਉਪਦੇਸ਼ ਦੇ ਮੁਖ ਮੈਂ ਪਰ ਹੈ ਰੇਤ। ਜਿਹਦੇ ਮੂੰਹ 'ਚ ਉਪਦੇਸ਼ ਹੋਏ, ਭਾਵੇਂ ਸੱਚ ਦਾ ਹੋਏ, ਪਰ ਜੀਵਨ 'ਚ ਨਹੀਂ ਵਰਤਿਆ ਹੋਏ, ਭਗਤ ਕਬੀਰ ਜੀ ਕਹਿੰਦੇ ਸਮਝ ਲਓ ਰੇਤ ਪਈ ਹੈ, ਥੋਥੀ। ਰੇਤ ਵਿੱਚ ਜਿਵੇਂ ਕੋਈ ਤੱਤ ਨਹੀਂ ਆਪਾਂ ਕੱਢ ਸਕਦੇ ਨਿਚੋੜ ਕੇ। ਤਾਂ ਮੇਰੇ ਗੁਰਦੇਵ ਕਹਿੰਦੇ ਬੜੇ ਕਰਮ ਹੋਣ ਜੀਵਨ 'ਚ ਹੈ, ਤੇ ਇਹ ਕਰਮ ਦਾਵਾ ਪੈਦਾ ਕਰਦੇ ਨੇ। ਗਿਆਨ ਦਾਵਾ ਪੈਦਾ ਕਰੇਗਾ, ਸ਼ਾਸਤਰ ਵਾਲਾ ਦਾਵਾ ਪੈਦਾ ਕਰੇਗਾ, ਪਰ ਨਾਮ ਵਾਲੇ 'ਚ ਕੀ ਦਾਵਾ ਹੈ? ਭਗਤਾਂ ਦੇ ਕੋਲ ਨਾਮ ਸੀ, ਕੀ ਦਾਵਾ ਕੀਤਾ ਉਹਨਾਂ ਨੇ? ਕੁਝ ਵੀ ਨਹੀਂ। ਤਾਂ ਮੇਰੇ ਸਾਹਿਬ ਆਖਦੇ ਨੇ, ਖਟ ਸ਼ਾਸਤਰ ਸਿਮਰਤ ਵਿਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ। ਯੋਗ ਦਾ ਅਭਿਆਸ ਹੈ, ਠੀਕ ਹੈ, ਸਰੀਰ ਵਾਸਤੇ ਇੱਕ ਐਕਸਰਸਾਈਜ਼ ਚੰਗੀ ਹੈ। ਯੋਗ ਅਭਿਆਸ ਸਰੀਰ ਤੱਕ ਹੈ, ਠੀਕ। ਇਹਦੇ ਨਾਲ ਇਹ ਨਾ ਕਿ ਬੰਦੇ ਦਾ ਮਨ ਚੜ੍ਹਦੀ ਕਲਾ ਚਲਾ ਗਿਆ। ਮਨ ਨੂੰ ਨਹੀਂ ਇਹਦੇ ਨਾਲ ਬਲ ਮਿਲਣਾ। ਤੇ ਬੜੇ ਪ੍ਰਕਾਰ ਕਰਮ ਧਰਮ ਦੇ ਨਾਂ ਤੇ ਕੀਤੀ ਜਾ ਰਹੀ ਕਿਰਿਆ ਹੈ, ਜਿਹਨੂੰ ਬਾਣੀ 'ਚ ਸਤਿਗੁਰ ਆਖਦੇ ਨੇ, ਜਿੰਨੇ ਵੀ ਧਰਮ ਦੇ ਕਰਮ ਨੇ, ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ। ਇਹ ਓਰੈ ਮੂਸੇ, ਮੂਸੇ ਦਾ ਅਰਥ ਹੈ ਲੁੱਟੇ ਜਾਂਦੇ ਨੇ, ਓਰੇ ਦਾ ਅਰਥ ਹੈ ਪਹਿਲੋਂ ਪਹਿਲੋਂ ਹੀ। ਇਹ ਮਨ ਆਤਮ ਤੱਕ ਪਹੁੰਚੇ ਨਹੀਂ, ਉਹਦੇ ਤੋਂ ਪਹਿਲੋਂ ਪਹਿਲੋਂ ਸਰੀਰ ਤੱਕ ਹੀ ਰਹਿ ਗਏ ਬਸ। ਤੇ ਕਈਆਂ ਨੇ ਯੋਗ ਕਰਕੇ ਸਰੀਰ ਦੇ ਸਾਧਨ ਸਿੱਖ ਕੇ ਬੜਾ ਵੱਡਾ ਹੰਕਾਰ ਪਾਲ ਲਿਆ ਵੀ ਸਾਡੇ ਤੋਂ ਵੱਡਾ ਯੋਗੀ ਨਹੀਂ। ਮੈਂ ਮੈਡੀਟੇਸ਼ਨ ਕਰਦਾ ਹਾਂ, ਕਰ ਲਓ, ਠੀਕ ਹੈ ਮੈਡੀਟੇਸ਼ਨ, ਪਰ ਸੰਗਤ ਵਿੱਚ ਬਾਣੀ ਦਾ, ਨਾਮ ਦਾ ਮੈਡੀਟੇਸ਼ਨ ਜੀਵਨ ਨੂੰ ਅਸਲ ਚੜ੍ਹਦੀ ਕਲਾ ਲੈ ਕੇ ਜਾਂਦਾ। ਜਿਨ੍ਹਾਂ ਕੋਲ ਨਾਮ ਦਾ, ਉਹਦੇ ਅਹਿਸਾਸ ਦਾ ਮੈਡੀਟੇਸ਼ਨ ਹੈ। ਤੋ ਜਿੱਥੇ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ। ਜਿਹੜੇ ਲੋਕ ਸਭ ਕੁਝ ਤਿਆਗ ਕੇ ਬਨ ਮਦੇ ਫਿਰਿਆ, ਜੰਗਲ 'ਚ ਸਰੀਰ ਫਿਰਦੇ ਨੇ, ਮਨ ਫਿਰ ਉਹਨਾਂ ਦੇ ਸੰਸਾਰ 'ਚ ਨੇ। ਸਰੀਰ ਪਰਿਵਾਰ ਤੋਂ ਦੂਰ ਚਲਾ ਗਿਆ, ਮਨ ਫਿਰ ਜੰਜਾਲ 'ਚ ਫਸਿਆ ਰਿਹਾ। ਸਰੀਰ ਕਰਕੇ ਮਾਇਆ ਦਾ ਤਿਆਗ ਕੀਤਾ, ਮਨ ਕਰਕੇ ਨਹੀਂ ਹੋਇਆ। ਇਹ ਵਰਤਾਰਾ ਵਰਤਿਆ, ਤਾਂ ਹੀ ਗੁਰੂਦੇਵ ਨੇ ਕਿਹਾ ਵੀ ਇਹ ਚੀਜ਼ ਬਹੁਤੀ ਤਵੱਜੋ ਦੇਣ ਵਾਲੀ ਨਹੀਂ ਹੈ। ਕੋਈ ਕਹਿ ਰਿਹਾ ਹੋਏ ਮੈਂ ਘਰ ਪਰਿਵਾਰ ਛੱਡਤਾ, ਬਹੁਤੀ ਵੱਡੀ ਗੱਲ ਨਹੀਂ ਹੈ। ਕੋਈ ਕਹਿ ਰਿਹਾ ਹੋਏ ਮੈਂ ਜੰਗਲ 'ਚ ਘੁੰਮ ਰਿਹਾ, ਬਹੁਤੀ ਵੱਡੀ ਗੱਲ ਨਹੀਂ ਹੈ। ਗ੍ਰੇ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜਹੂ ਵਿਕਾਰ ਨਾ ਛੋਡਈ ਪਾਪੀ ਮਨ ਮੰਦਾ। ਬਹੁਤੀ ਪ੍ਰਭਾਵਿਤ ਹੋਣ ਵਾਲੀ ਗੱਲ ਨਹੀਂ ਕਿਸੇ ਨੇ ਘਰ ਛੱਡਿਆ ਹੋਏ। ਹਾਂ, ਬਹੁਤ ਪ੍ਰਭਾਵ ਕਰੇਗਾ ਉਹ ਜੀਵਨ ਜਿਹਨੇ ਲੋਭ ਤਿਆਗਿਆ ਹੈ, ਜਿਹਨੇ ਮੋਹ ਤਿਆਗਿਆ। ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ, ਲੋਭ ਤਿਆਗਣਾ ਬਹੁਤ ਵੱਡਾ ਤਿਆਗ ਹੈ। ਤਾਂ ਕਈ ਵਾਰ ਬੇਨਤੀ ਕਰੀਦੀ ਹੈ, ਜਿਹੜੀ ਚੀਜ਼ ਆਪਣੇ ਤੋਂ ਵੱਖਰੀ ਹੋਏ ਉਹ ਤਿਆਗਣੀ ਬੜੀ ਸੌਖੀ ਹੈ। ਕੱਪੜੇ ਮੇਰੇ ਤੋਂ ਵੱਖਰੇ ਨੇ, ਤਿਆਗ ਤੇ। ਘਰ ਮੇਰੇ ਤੋਂ, ਪਰਿਵਾਰ ਮੇਰੇ ਤੋਂ ਵੱਖਰਾ ਹੈ, ਤਿਆਗਤਾ। ਜਿਹੜੀ ਚੀਜ਼ ਮੇਰੇ ਤੋਂ ਵੱਖਰੀ ਹੈ ਤਿਆਗਣੀ ਸੌਖੀ ਹੈ। ਜਿਹਦਾ ਸੰਬੰਧ ਮੇਰੇ ਨਾਲ ਹੈ, ਮਨ ਨਾਲ ਹੈ, ਲੋਭ ਦਾ, ਕ੍ਰੋਧ ਦਾ, ਮੋਹ ਦਾ, ਹੰਕਾਰ ਦਾ, ਉਹ ਤਿਆਗਣਾ ਬਹੁਤ ਔਖਾ ਹੈ। ਉਹ ਬਹੁਤ ਔਖਾ ਹੈ ਤਿਆਗਣਾ। ਅਰਪਣ ਕਰਨਾ ਸੌਖਾ ਹੈ, ਸਮਰਪਣ ਕਰਨਾ ਬਹੁਤ ਔਖਾ ਹੈ। ਅਰਪਣ ਹੁੰਦਾ ਆਪਣੇ ਤੋਂ ਵੱਖਰੀਆਂ ਚੀਜ਼ਾਂ ਰੱਖ ਦੇਣੀਆਂ। ਸਮਰਪਣ ਹੁੰਦਾ ਜਿਹੜਾ ਆਪਣੇ ਆਪ ਨੂੰ ਭੇਟ ਕਰ ਦਿੰਦਾ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ।
ਤੇ ਅਰਪਣ ਵੀ ਉਹਨਾਂ ਦਾ ਪ੍ਰਵਾਨ ਹੋਇਆ ਜਿਨ੍ਹਾਂ ਨੇ ਸਮਰਪਣ ਕੀਤਾ। ਰਮਾਲਾ ਵੀ ਉਹਨਾਂ ਦਾ ਭੇਟਾ ਪ੍ਰਵਾਨ ਕੀਤੀ ਜਿਨ੍ਹਾਂ ਨੇ ਗੁਰੂ ਕੋਲ ਮਨ ਭੇਟ ਕੀਤਾ, ਜਿਨ੍ਹਾਂ ਨੂੰ ਗੁਰੂ ਦਾ ਹੁਕਮਨਾਮਾ ਯਾਦ ਹੋਇਆ ਹੋਵੇਗਾ। ਨਹੀਂ ਤੇ ਅਖੰਡ ਪਾਠ ਸਾਹਿਬ ਰਖਾਇਆ, ਸਾਰੇ ਪ੍ਰਬੰਧ ਕਰ ਲਏ, ਇੱਕ ਜਿਹੜਾ ਹੁਕਮਨਾਮਾ ਵੀ ਯਾਦ ਨਹੀਂ ਹੁੰਦਾ ਸਾਨੂੰ ਵੀ ਕਿਹੜਾ ਸਾਡੇ ਘਰ ਆਇਆ ਸੀ। ਬਾਕੀ ਤੇ 1430 ਅੰਗ ਇੱਕ ਪਾਸੇ ਕਰ ਦਈਏ। ਸੋ ਅਰਪਣ ਵੀ ਉਹਨਾਂ ਦਾ ਪ੍ਰਵਾਨ ਹੈ ਜਿਨ੍ਹਾਂ ਨੇ ਸਮਰਪਣ ਕੀਤਾ ਹੋਇਆ। ਉਹਨਾਂ ਦੇ ਅਰਪਣ ਨੂੰ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਕਿਸੇ ਦੀ ਕੌਡੀ ਵੀ ਗੁਰੂ ਸੀਨੇ ਨਾਲ ਲਾ ਲੈਂਦਾ ਹੈ, ਕਿਸੇ ਦੇ ਲੱਖਾਂ ਦੇ ਹੀਰੇ ਵੀ ਗੁਰੂ ਤਵੱਜੋ ਨਹੀਂ ਦਿੰਦਾ। ਸੋ ਜਿਹਨੇ ਅਰਪਣ ਕੀਤਾ, ਸਮਰਪਣ ਵੀ ਗੁਰੂ ਮਾਲਕ ਦੇ ਦਰ ਤੇ ਉਹਦਾ ਪ੍ਰਵਾਨ ਹੁੰਦਾ ਹੈ। ਸੋ ਜਿਹੜੀ ਚੀਜ਼ ਆਪਣੇ ਨਾਲ ਸੰਬੰਧਿਤ ਹੈ, ਆਟੇ ਦੀ ਬੋਰੀ ਰੱਖਣੀ ਸੌਖੀ ਹੈ, ਫੁੱਲਾਂ ਦਾ ਗੁਲਦਸਤਾ ਰੱਖਣਾ ਸੌਖਾ ਹੈ। ਮੈਨੂੰ ਕਹਿਣ ਦੇਣਾ ਮੱਤ ਭੇਟ ਕਰਨੀ ਬੜੀ ਔਖੀ ਹੁੰਦੀ ਹੈ, ਬਹੁਤ ਔਖੀ ਹੈ। ਕਿਉਂਕਿ ਜੇ ਉਹ ਭੇਟਾ ਕਰ ਦਿੱਤੀ ਫਿਰ ਆਪਾਂ ਕਿੱਥੇ ਵਰਤਾਂਗੇ, ਫਿਰ ਸਾਡੀ ਮਰਜ਼ੀ ਤੇ ਚੱਲਣੀ ਨਹੀਂ। ਤੁਸੀਂ ਪੁਰਾਤਨ ਗਾਥਾ ਸੁਣੀ ਹੈ, ਰਾਜਾ ਜਨਕ ਨੇ ਕਿਹਾ ਸੀ ਵੀ ਕੋਈ ਮੈਨੂੰ ਘੋੜੇ ਦੇ ਰਕਾਬ ਤੇ ਪੈਰ ਰੱਖਣ ਤੱਕ ਗਿਆਨ ਦੇ ਦੇ, ਮੈਨੂੰ ਗੁਰੂ ਧਾਰਨ ਕਰਾਂਗਾ। ਤੋ ਬੜੇ ਆਏ ਸਨ ਰਾਜੇ ਦੀ ਸਭਾ ਦੇ ਅੰਦਰ। ਇੱਕ ਫਕੀਰ ਆਇਆ ਅਸ਼ਟਾਵਕਰ, ਅਸ਼ਟ ਕਹਿੰਦੇ ਨੇ 8, ਵਕਰ ਕਹਿੰਦੇ ਨੇ ਚੱਕਰ, ਜਿਹਦੇ ਸਰੀਰ 'ਚ 8 ਪ੍ਰਕਾਰ ਦੇ ਵਲ ਪੈਂਦੇ ਸਨ, ਤੁਰਿਆ ਵੀ ਠੀਕ ਨਹੀਂ ਜਾ ਰਿਹਾ। ਜਦੋਂ ਉਹ ਜਨਕ ਦੀ ਸਭਾ 'ਚ ਆਇਆ, ਮੇਰੇ ਵਰਗੇ ਵਿਦਵਾਨ ਪੰਡਤ ਹੱਸਣ ਲੱਗ ਪਏ ਤੇ ਉਸਨੇ ਕਿਹਾ ਸੀ, ਜਨਕ ਚਾਹੁੰਨਾ ਤੂੰ ਗਿਆਨ ਹੈ ਤੇ ਚਮਾਰਾਂ ਦੀ ਸਭਾ 'ਚ ਗਿਆਨ ਕਿੱਥੋਂ ਮਿਲਣਾ? ਉਹ ਕਹਿਣ ਲੱਗਾ ਵੀ ਨਹੀਂ, ਇੱਥੇ ਤੇ ਬੜੇ ਬੜੇ ਵੱਡੇ ਪੰਡਤ ਗਿਆਨੀ ਬ੍ਰਾਹਮਣ ਨੇ। ਅਸ਼ਟਾਵਕਰ ਕਹਿਣ ਲੱਗਾ, ਇਹ ਬ੍ਰਾਹਮਣ ਗਿਆਨੀ ਕਾਹਦੇ ਨੇ ਜਿਹੜੇ ਚੰਮ ਤੱਕ ਹੀ ਰੁਕੇ ਨੇ, ਜਿਹੜੇ ਮੇਰੇ ਚੰਮ ਵੱਲ ਵੇਖ ਕੇ ਹੱਸਣ ਲੱਗ ਪਏ ਨੇ? ਇਹ ਕਾਹਦੇ ਗਿਆਨੀ ਨੇ? ਇਹ ਤੇ ਚਮਾਰਾਂ ਦੀ ਸਭਾ ਹੈ। ਰਾਜਨ ਜੇ ਗਿਆਨ ਚਾਹੁੰਦਾ ਮੈਂ ਦੇ ਸਕਦਾ, ਠੀਕ ਹੈ, ਪਰ ਇਹਦੇ ਤੋਂ ਪਹਿਲੋਂ ਏਡੀ ਵੱਡੀ ਦਾਤ ਲੈਣੀ ਹੈ, ਮੈਨੂੰ ਵੀ ਕੁਝ ਦੇ। ਜਨਕ ਕਹਿਣ ਲੱਗਾ ਵੀ ਕੀ ਦੇਵਾਂ? ਅਸ਼ਟਾਵਕਰ ਕਹਿਣ ਲੱਗੇ ਆਪਣਾ ਮਨ ਦੇ। ਤੇ ਰਾਜਾ ਜਨਕ ਕਹਿਣ ਲੱਗਾ ਠੀਕ ਹੈ, ਮੈਂ ਮਨ ਤੈਨੂੰ ਦਿੱਤਾ, ਭੇਟ ਕਰ ਦਿੱਤਾ, ਚੱਲ ਹੁਣ ਮੈਂ ਘੋੜੇ ਦੇ ਰਕਾਬ ਤੇ ਪੈਰ ਰੱਖਦਾ, ਮੈਨੂੰ ਗਿਆਨ ਦੇ। ਤੇ ਅਸ਼ਟਾਵਕਰ ਕਹਿਣ ਲੱਗਾ ਹੁਣ ਤੇਰੀ ਮਰਜ਼ੀ ਨਹੀਂ ਚੱਲਣੀ, ਤੂੰ ਮਨ ਵੀ ਭੇਟ ਕੀਤਾ, ਫੇਰ ਵੀ ਕਹਿ ਰਿਹਾ ਵੀ ਮੇਰਾ ਮਨ ਕਰਦਾ ਮੈਂ ਪੈਰ ਰੱਖਾਂ ਤੇ ਗਿਆਨ ਦੇ। ਐ ਜਨਕ ਜੇ ਹੁਣ ਮਨ ਭੇਟ ਕਰਤਾ, ਮੈਂ ਕਹਿਣਾ ਤੂੰ ਰਕਾਬ ਤੇ ਪੈਰ ਨਹੀਂ ਰੱਖ ਸਕਦਾ, ਹੁਣ ਮੇਰੇ ਅਨੁਸਾਰ ਹੀ ਚੱਲਣਾ। ਇਹ ਸਾਡਾ ਹਾਲ ਹੁੰਦਾ ਹੈ ਬਹੁਤ ਵਾਰ। ਜਨਕ ਵਰਗੂ ਮਨ ਵੀ ਭੇਟ ਕੀਤਾ ਤੇ ਫੇਰ ਵੀ ਕਿਹਾ ਵੀ ਮਰਜ਼ੀ ਵੀ ਮੇਰੀ ਹੋਏ। ਤੇ ਅਸ਼ਟਾਵਕਰ ਕਹਿਣ ਲੱਗਾ ਰਾਜਨ ਗਿਆਨ ਦੀ ਪਹਿਲੀ ਪੌੜੀ ਬਸ ਇਹੀ, ਇਸ ਤੋਂ ਅੱਗੇ ਬੜਾ ਕੁਝ ਵਰਤਣਾ। ਇਹ ਬੜਾ ਕੁਝ ਜਿਹਨੇ ਆਰੰਭਤਾ ਇੱਥੋਂ ਕੀਤੀ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇ ਮੈਂ ਫਿਰ ਬੇਨਤੀ ਕਰਾਂ, ਸਭ ਤੋਂ ਔਖਾ ਹੈ ਆਪਣੇ ਆਪ ਨਾਲ ਸੰਬੰਧਿਤ ਭੇਟ ਕਰਨਾ। ਆਪਣੇ ਤੋਂ ਵੱਖਰਾ ਧਨ ਹੋਏ, ਆਟੇ ਦੀ ਬੋਰੀ ਹੋਏ, ਗੁਲਦਸਤਾ ਹੋਏ, ਭੇਟ ਕੀਤਾ ਜਾ ਸਕਦਾ, ਸੰਭਾਵਨਾ ਹੈ। ਪਰ ਆਪਣਾ ਆਪ ਕੋਈ ਵਿਰਲਾ ਭੇਟ ਕਰਦਾ, ਜਿਹਨੂੰ ਭਗਤ ਰਵਿਦਾਸ ਜੀ ਨੇ ਆਖਿਆ ਵੀ ਭੇਟਾ ਤੋਂ ਬਿਨਾਂ ਤੇ ਗੁਜ਼ਾਰਾ ਨਹੀਂ ਹੈ। ਪਰ ਵਾਹਿਗੁਰੂ ਮੇਰੇ ਕੋਲ ਫੁੱਲ ਵੀ ਨਹੀਂ ਚੜਾਇਆ ਜਾਣਾ, ਮੇਰੇ ਕੋਲ ਦੁੱਧ ਵੀ ਨਹੀਂ ਚੜਾਇਆ ਜਾਣਾ, ਮੇਰੇ ਕੋਲ ਪਾਣੀ ਵੀ ਨਹੀਂ ਚੜਾਇਆ ਜਾਣਾ, ਫਿਰ ਕੀ ਕਰਾਂ? ਤਨ ਮਨ ਅਰਪੋਂ ਪੂਜ ਚੜਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਭਗਤ ਜੀ ਕਹਿਣ ਲੱਗੇ ਬਸ ਮੈਂ ਆਪਣੇ ਆਪ ਨੂੰ ਭੇਟਾ ਕਰ ਦਿੱਤਾ। ਦੂਤ ਤਾਂ ਬਛਰੈ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਗਾਰਿਓ, ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵੋਂ, ਅਵਰ ਨ ਫੂਲ ਅਨੂਪ ਨ ਪਾਵੋਂ। ਮੈਲਾ ਗਰ ਬੇਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇਕ ਸੰਗਾ, ਧੂਪ ਦੀਪ ਨਹੀਂ ਬੇਧੇ ਬਾਸਾ, ਕੈਸੇ ਪੂਜ ਕਰੈ ਤੇਰੀ ਦਾਸਾ। ਕੀ ਕਰਾਂ ਫਿਰ ਆਪਣਾ ਆਪ ਅਰਪਣ ਕਰ ਦੇਣਾ। ਤੋ ਉੱਥੇ ਸਭ ਤੋਂ ਵੱਡਾ ਸਮਰਪਣ ਹੈ। ਤੋ ਸਾਹਿਬ ਜੀ ਆਖਦੇ ਨੇ ਬੜਾ ਸੌਖਾ ਹੈ, ਸਗਲ ਤਿਆਗ ਬਨ ਮਦੇ ਫਿਰਿਆ, ਘਰ ਛੱਡਤਾ ਸਰੀਰ ਕਰਕੇ, ਮਨ ਕਰਕੇ ਨਹੀਂ ਛੁੱਟਿਆ।
ਅਨਕ ਪ੍ਰਕਾਰ ਕੀਏ ਬਹੁ ਜਤਨ, ਕਿੰਨੇ ਪ੍ਰਕਾਰ ਦੇ ਯਤਨ ਕੀਤੇ, ਪੁੰਨ ਦਾਨ ਹੋਮੇ ਬਹੁ ਰਤਨ। ਕਈ ਪ੍ਰਕਾਰ ਦੇ ਪੁੰਨ ਕੀਤੇ, ਵਿਖਾਵੇ ਦੇ ਦਾਨ ਕੀਤੇ। ਹੋਮੇ ਦਾ ਅਰਥ ਹੈ ਹਵਨ ਕੀਤਾ। ਬਹੁ ਰਤਨਾ, ਰਤਨਾ ਦਾ ਅਰਥ ਹੈ ਘਿਓ। ਇੱਥੇ ਰਤਨ ਦਾ ਅਰਥ ਡਾਇਮੰਡ ਨਹੀਂ ਹੈ। ਹੋਮੇ ਬਹੁ ਰਤਨਾ, ਬੜੀਆਂ ਕੀਮਤੀ ਚੀਜ਼ਾਂ ਉਸ ਹੋਮ ਦੇ ਵਿੱਚ ਪਾਉਂਦਾ ਹੈ, ਹਵਨ ਦੇ ਵਿੱਚ ਘਿਓ ਪਾਉਂਦਾ ਹੈ, ਸਮੱਗਰੀ ਪਾਉਂਦਾ ਹੈ। ਸਰੀਰ ਕਟਾਏ ਹੋਮੇ ਕਰ ਰਾਤੀ, ਇਹ ਵੀ ਵਰਤਿਆ। ਸਰੀਰ ਕਟਾਉਂਦੇ ਸਨ। ਆਰਾ ਪਿਆ ਸੀ ਬਨਾਰਸ ਦੀ ਧਰਤੀ ਤੇ, ਜਿੱਥੇ ਲੋਕ ਜਾ ਕੇ ਆਪਣਾ ਤਨ ਕਟਵਾ ਕੇ ਸਭ ਕੁਝ ਦਾਨ ਕਰਕੇ ਸਮਝਦੇ ਸਨ ਮੁਕਤੀ ਮਿਲੇਗੀ। ਤੋ ਗੁਰਦੇਵ ਕਹਿੰਦੇ ਸਰੀਰ ਕਟਾਏ ਹੋਮੇ ਕਰ ਰਾਤੀ, ਰੱਤੀ ਰੱਤੀ ਕਰਕੇ ਉਹਨੂੰ ਹਵਨ ਚ ਪਾਤਾ, ਭੇਟ ਕਰ ਦਿੱਤਾ। ਜਗਨਨਾਥਪੁਰੀ ਜਦੋਂ ਰੱਥ ਯਾਤਰਾ ਨਿਕਲਦੀ ਸੀ, ਲੋਕ ਟਾਇਰਾਂ ਦੇ ਥੱਲੇ ਆ ਜਾਂਦੇ ਸਨ, ਮਰ ਜਾਂਦੇ ਸਨ, ਵੀ ਮੁਕਤੀ ਮਿਲੇਗੀ। ਵਰਤ ਨੇਮ ਕਰੈ ਬਹੁ ਭਾਂਤੀ, ਕਈ ਪ੍ਰਕਾਰ ਦੇ ਵਰਤ ਕਰਦਾ ਹੈ। ਵਰਤ ਬਾਣੀ ਚ ਵਰਜਿਆ ਨਹੀਂ ਗਿਆ, ਵਰਤ ਜ਼ਰੂਰੀ ਹੈ। ਅੱਖਾਂ ਦਾ ਵਰਤ ਰੱਖਣਾ, ਪਰਾਇਆ ਤਨ ਪਰਾਇਆ ਧਨ ਨਹੀਂ ਤੱਕਣਾ। ਕੰਨਾਂ ਦਾ ਵਰਤ ਹੈ ਨਿੰਦਾ ਚੁਗਲੀ ਨਹੀਂ ਸੁਣਨੀ। ਜ਼ੁਬਾਨ ਦਾ ਵਰਤ ਹੈ ਮਾੜਾ ਨਹੀਂ ਬੋਲਣਾ। ਮਨ ਦਾ ਵਰਤ ਹੈ ਮਾੜਾ ਨਹੀਂ ਵਿਚਾਰ ਇਹਦੇ ਚ ਪੈਦਾ ਹੋਣ। ਵਰਤ ਚਾਹੀਦਾ ਹੈ, ਪਰ ਇਹ ਗਿਆਨ ਇੰਦਰੇ ਜਿਹੜੇ ਸਾਡੇ ਕਰਮ ਇੰਦਰੇ ਨੇ, ਇਹਨਾਂ ਨੂੰ ਸੰਜਮ ਵਿੱਚ ਰੱਖ ਲੈਣਾ, ਇਹ ਵਰਤ ਹੈ ਗੁਰਮਤਿ ਮੁਤਾਬਕ। ਵਰਤ ਨੇਮ ਕਰੈ ਬਹੁ ਭਾਂਤੀ, ਜੇ ਬਾਹਰੀ ਤੌਰ ਤੇ ਵਰਤ ਰੱਖਦਾ ਕਿੰਨੇ ਪ੍ਰਕਾਰ ਦੇ। ਨਹੀਂ ਤੁਲ ਰਾਮ ਨਾਮ ਵਿਚਾਰ, ਇਹ ਸਾਰੀ ਲਿਸਟ ਸਤਿਗੁਰ ਨੇ ਸਾਹਮਣੇ ਰੱਖੀ ਹੈ। ਤੇ ਸਾਹਿਬ ਕਹਿੰਦੇ ਸਾਰੇ ਕਰਮ ਬੰਦਾ ਕਰੇ, ਪਰ ਜੀਵਨ 'ਚ ਨਾਮ ਨਾ ਹੈ, ਉਹਦਾ ਸ਼ੁਕਰਾਨਾ ਨਹੀਂ, ਉਹਦਾ ਧੰਨਵਾਦ ਨਹੀਂ, ਰੱਬ ਦੀ ਰਜ਼ਾ 'ਚ ਨਾ ਬੰਦਾ ਚੱਲੇ। ਕਿਉਂਕਿ ਬਹੁਤ ਵਾਰ ਇਹ ਕਰਮ ਬੰਦਾ ਕਰਦਾ ਹੈ ਰੱਬ ਦੀ ਰਜ਼ਾ ਨੂੰ ਤੋੜਨ ਵਾਸਤੇ, ਵੀ ਰੱਬਾ ਇੱਦਾਂ ਨਹੀਂ, ਇੱਦਾਂ ਹੋ ਜਾਏ। ਗੁਰਮਤਿ ਨੇ ਮਾਰਗ ਦੱਸਿਆ ਰੱਬੀ ਰਜ਼ਾ ਵਾਲਾ, ਤੇ ਦੂਜੇ ਮਾਰਗ ਸਨ ਵੀ ਜੋ ਰੱਬ ਕਰਦਾ ਉਹਦੇ ਤੋਂ ਉਲਟ ਕਰੋ। ਜੇ ਭੁੱਖ ਲੱਗਦੀ ਰੋਟੀ ਨਾ ਖਾਓ, ਜੇ ਠੰਡ ਲੱਗਦੀ ਹੈ ਵਸਤਰ ਨਾ ਪਾਓ। ਕਹਿੰਦੇ ਸੀ ਉਲਟਾ ਕਰਾਂਗੇ ਤੇ ਰੱਬ ਖੁਸ਼ ਹੋਏਗਾ, ਪਰ ਗੁਰਬਾਣੀ ਆਖਦੀ ਹੈ ਰੱਬ ਦੀ ਰਜ਼ਾ 'ਚ ਚੱਲੇਗਾ ਉਹਦੀ ਖੁਸ਼ੀ ਤੈਨੂੰ ਪ੍ਰਾਪਤ ਹੋਏਗੀ। ਜਿਹੜਾ ਬੱਚਾ ਮਾਂ ਪਿਓ ਦੀ ਆਗਿਆ 'ਚ ਚੱਲਦਾ ਹੈ, ਉਹ ਮਾਂ ਪਿਓ ਦੀ ਖੁਸ਼ੀ ਦਾ ਭਾਗੀਦਾਰ ਬਣ ਜਾਂਦਾ ਹੈ। ਸੋ ਸਤਿਗੁਰ ਨੇ ਜਿਹੜਾ ਮਾਰਗ ਬਖਸ਼ਿਆ, ਰੱਬੀ ਰਜ਼ਾ ਦਾ ਬਖਸ਼ਿਆ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਸਾਹਿਬ ਕਹਿੰਦੇ ਇੱਕ ਵਾਰ ਧਿਆਨ ਜੁੜ ਕੇ ਨਾਮ ਜਪ ਲਿਆ ਜਾਏ ਨਾ, ਉਹਦੇ ਬਰਾਬਰ ਇਹ ਕਰਮ ਨਹੀਂ ਆ ਸਕਦੇ ਜੋ ਸਾਹਿਬ ਨੇ ਉੱਪਰ ਬਿਆਨ ਕੀਤੇ ਨੇ। ਤੇ ਸਤਿਗੁਰ ਅੱਗੇ ਆਖਦੇ ਨੇ, ਨੌ ਖੰਡ ਪਿਰਥਮੀ ਫਿਰੈ ਚਿਰ ਜੀਵੈ। ਜੇ ਕੋਈ ਨੌ ਖੰਡ ਸਾਰੀ ਧਰਤੀ ਫਿਰਦਾ ਰਹੇ ਧਰਮ ਦੇ ਨਾਂ ਤੇ, ਰੱਬ ਦੇ ਨਾਂ ਤੇ, ਫਿਰੈ ਚਿਰ ਜੀਵੈ, ਨਾਲੇ ਚਿਰ ਬਹੁਤ ਲੰਬਾ ਬੰਦਾ ਕਹੇ ਵੀ ਮੇਰਾ ਜੀਵਨ ਹੋਏ, ਮੇਰੀ ਉਮਰ ਹੋਏ। ਮਹਾ ਉਦਾਸ ਤਪੀ ਸਰ ਥੀਵੈ, ਬੜੀ ਉਦਾਸ ਰਹਿੰਦਾ ਹੋਏ ਸੰਸਾਰ ਤੋਂ, ਕਿਸੇ ਚੀਜ਼ ਨਾਲ ਵਰਤਦਾ ਨਾ ਹੋਏ, ਕੋਈ ਕਾਰੋਬਾਰ ਕੋਈ ਕਿਰਤ ਨਾ ਹੋਏ। ਤਪੀਸਰ ਥੀਵੈ, ਬੜਾ ਵੱਡਾ ਤਪ ਤਪਾਉਣ ਵਾਲਾ ਬਣ ਜਾਏ। ਅਗਨ ਮਾਹੇ ਹੋਮਤ ਪ੍ਰਾਨ, ਅੱਗ ਦੇ ਵਿੱਚ ਆਪਣੇ ਆਪ ਨੂੰ ਆਹੂਤੀ ਦੇ ਰੂਪ ਦੇ ਵਿੱਚ ਭਾਵੇਂ ਕੋਈ ਭੇਟ ਕਰ ਦੇ। ਕਨਕ ਅਸਵ ਹੈ ਵਰ ਭੂਮ ਦਾਨ, ਕਨਕ ਕਹਿੰਦੇ ਨੇ ਸੋਨੇ ਨੂੰ, ਅਸਵ ਘੋੜੇ ਨੇ, ਹਾਥੀ ਨੇ। ਭੂਮ ਧਰਤੀ ਦਾ ਦਾਨ ਕਰੇ, ਹਾਥੀ ਘੋੜੇ ਸੋਨੇ ਦਾ ਦਾਨ ਕਰੇ। ਨਿਉਲੀ ਕਰਮ ਕਰੈ ਬਹੁ ਆਸਨ, ਨਿਉਲੀ ਕਰਮ ਕਰੇ, ਪੇਟ ਦੀਆਂ ਆਂਦਰਾਂ ਨੂੰ ਕਮਾਉਣਾ ਜਾਣ ਲੈ, ਬੜੇ ਪ੍ਰਕਾਰ ਦੇ ਆਸਣ ਜਾਣਦਾ ਹੋਏ। ਜੈਨ ਮਾਰਗ ਸੰਜਮ ਅਤ ਸਾਧਨ, ਜੈਨ ਮਾਰਗ ਦਾ ਜਿਹੜਾ ਸੰਜਮ ਹੈ, ਪੱਟੀ ਬੰਨ੍ਹ ਲੈਣੀ, ਹੱਥਾਂ ਝਾੜੂ ਪਕੜ ਲੈਣੇ, ਸਾਡੇ ਕੋਲੋਂ ਕੋਈ ਜੀਵ ਨਾ ਮਰ ਜਾਏ, ਪਾਣੀ ਉਬਾਲ ਛਾਣ ਕੇ ਪੀਣਾ, ਇਸ਼ਨਾਨ ਨਹੀਂ ਕਰਨਾ,
ਠੀਕ ਹੈ, ਜਨਮ ਦੇਣ ਵਾਲਾ ਮਾਰਨ ਵਾਲਾ ਵਾਹਿਗੁਰੂ ਹੈ। ਠੀਕ ਹੈ, ਜੀਵ ਤੇ ਦਇਆ ਜ਼ਰੂਰ ਕਰੋ, ਪਰ ਕੋਈ ਬੰਦਾ ਇਹ ਨਾ ਕਹੇ ਵੀ ਮੈਂ ਜੀਵਾਂ ਨੂੰ ਬਚਾ ਰਿਹਾ। ਆ ਸਾਹ ਲੈਨੇ ਪਤਾ ਨਹੀਂ ਕਿੰਨੇ ਜੀਅ ਮਰ ਜਾਂਦੇ ਨੇ, ਪਾਣੀ ਪੀਨੇ ਆ ਪਤਾ ਨਹੀਂ ਕਿੰਨੇ ਜੀਅ ਨੇ, ਦਹੀਂ ਖਾਂਦੇ ਆ ਕਿੰਨੇ ਜੀਅ ਨੇ। ਪਲ ਪਲ ਉਤਪਤੀ ਹੋ ਰਹੀ ਹੈ ਤੇ ਸੰਘਾਰ ਹੋ ਰਿਹਾ। ਸਾਡੇ ਸਰੀਰ 'ਚ ਵੀ ਘਟਨਾਵਾਂ ਵਰਤ ਰਹੀਆਂ ਨੇ। ਜਨਮ ਮਰਨ ਇੱਕ ਇੱਕ ਪਲ ਸਾਡੇ ਸਰੀਰ 'ਚ ਵਰਤ ਰਿਹਾ। ਸੈੱਲ ਬਣ ਰਹੇ ਨੇ, ਟੁੱਟ ਰਹੇ ਨੇ, ਖਤਮ ਹੋ ਰਹੇ ਨੇ। ਤੋ ਗੁਰਦੇਵ ਕਹਿੰਦੇ ਜੇ ਕੋਈ ਇਹ ਕਹੇ ਵੀ ਮੈਂ ਕਿਸੇ ਨੂੰ ਬਚਾਉਣ ਵਾਲਾ ਹਾਂ, ਮੇਰੇ ਕਰਕੇ ਮੈਂ ਜੀਵ ਨੂੰ ਬਚਾ ਲਵਾਂਗਾ, ਸਤਿਗੁਰ ਕਹਿੰਦੇ ਇਸ ਤਰ੍ਹਾਂ ਦੇ ਸੰਜਮ ਜੈਨ ਮਾਰਗ ਵਾਲੇ ਅਤ ਸਾਧਨ, ਬੜੇ ਪ੍ਰਕਾਰ ਦੇ ਸਾਧਨ ਅਪਣਾਏ। ਨਿਮਖ ਨਿਮਖ ਕਰ ਸਰੀਰ ਕਟਾਵੇ, ਛੋਟਾ ਛੋਟਾ ਕਰਕੇ ਸਰੀਰ ਕਟਾ ਦੇ। ਇਹ ਹੁੰਦਾ ਹੈ ਧਰਮ ਦੇ ਨਾਂ ਤੇ ਲੋਕਾਂ ਦੇ ਸਰੀਰ ਵੱਡੇ ਜਾਂਦੇ ਰਹੇ। ਆ ਜਦੋਂ ਈਸਟ ਇੰਡੀਆ ਕੰਪਨੀ ਆਈ ਹੈ ਇੰਡੀਆ 'ਚ, ਆ ਜਿਹੜਾ ਆਰਾ ਸੀ ਬਨਾਰਸ ਤੋਂ, ਇਹ ਅੰਗਰੇਜ਼ਾਂ ਸਰਕਾਰ ਨੇ ਚੁਕਾਇਆ ਸੀ। ਕਿੱਥੇ ਉਹ ਲੋਕ ਮੰਨਦੇ ਸਨ? ਨਹੀਂ। ਉਹ ਕਹਿੰਦੇ ਸੀ ਨਹੀਂ, ਤੀਰਥਾਂ ਤੇ ਦਾਨ ਕਰਕੇ ਕੋਈ ਮਰ ਜਾਏ ਉਹਨੂੰ ਮੁਕਤੀ ਮਿਲ ਜਾਣੀ। ਲੋਕ ਇਸੇ ਤਰ੍ਹਾਂ ਕਰਦੇ ਸੀ। ਤੋ ਜਿਹਨੂੰ ਸਤਿਗੁਰ ਨੇ ਜ਼ਿਕਰ ਕੀਤਾ, ਨਿਮਖ ਨਿਮਖ ਕਰ ਸਰੀਰ ਕਟਾਵੇ, ਤੌਂ ਪੀ ਹਉਮੈ ਮੈਲ ਨਾ ਜਾਵੇ, ਤਾਂ ਵੀ ਬੰਦੇ ਅੰਦਰੋਂ ਸੂਖਸ਼ਮ ਹਉਮੈ ਨਹੀਂ ਜਾਂਦੀ ਕਦੇ ਵੀ। ਬੰਦਾ ਕਹਿੰਦਾ ਸੀ ਮੈਂ ਦਾਨੀ ਹਾਂ, ਮੈਂ ਇਸ਼ਨਾਨੀ ਹਾਂ, ਮੈਂ ਇਹ ਕਠੋਰ ਸਾਧਨਾ ਸਾਧ ਲਈ ਹੈ। ਤੇ ਰੱਬ ਦੇ ਪਿਆਰੇ ਕੋਲ ਰੱਬ ਤੋਂ ਬਿਨਾਂ ਕਹਿਣ ਨੂੰ ਕੁਝ ਨਹੀਂ ਹੁੰਦਾ। ਇੱਕ ਗਿਆਨੀ ਕਹੇਗਾ ਮੇਰੇ ਕੋਲ ਗਿਆਨ ਹੈ, ਦਾਨੀ ਕਹੇਗਾ ਮੇਰੇ ਕੋਲ ਦਾਨ ਹੈ, ਇੱਕ ਪਹਾੜਾਂ ਤੇ ਜਾਣ ਵਾਲਾ ਕਹੇਗਾ ਮੈਂ ਪਹਾੜਾਂ ਤੇ ਚੜ੍ਹਦਾ। ਇੱਕ ਭਗਤ ਕੀ ਕਹੇ? ਭਗਤ ਕੁਝ ਕਰਦਾ ਨਹੀਂ, ਹੋ ਰਹੇ ਦੇ ਵਿੱਚ ਸਮਾ ਜਾਂਦਾ। ਬਸ ਜੋ ਹੋ ਰਿਹਾ ਉਹਨੂੰ ਕਬੂਲ ਕਰਨਾ ਹੀ ਭਗਤੀ ਹੈ ਰੱਬ ਦੀ ਬੜੀ ਵੱਡੀ। ਤਾਂ ਕਰਕੇ ਰੱਬ ਦਾ ਪਿਆਰਾ ਭਗਤ ਉਸ ਦਾ ਹੋ ਜਾਂਦਾ ਹੈ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਲੋਕੀ ਉਹਦੇ ਨਹੀਂ ਹੋ ਸਕੇ, ਆਪਣਾ ਬਹੁਤ ਕੁਝ ਬਣਾ ਲਿਆ। ਤਜੋਰੀਆਂ ਦੇ ਧਨ ਦਾ ਇੰਨਾ ਹੰਕਾਰ ਨਹੀਂ ਕੀਤਾ ਜਿੰਨਾ ਲੋਕਾਂ ਨੇ ਦਾਨ ਦਾ ਕੀਤਾ, ਜਿੰਨਾ ਲੋਕਾਂ ਨੇ ਇਸ਼ਨਾਨ ਦਾ ਕੀਤਾ, ਜਿੰਨਾ ਲੋਕਾਂ ਨੇ ਹੱਠ ਦੇ ਕਰਮ ਦਾ ਅਹੰਕਾਰ ਕੀਤਾ। ਪਰ ਰੱਬ ਦੇ ਪਿਆਰਿਆਂ ਕੋਲ ਭਗਤ ਜਨ ਹੈ ਜਿਹੜੇ, ਉਹਨਾਂ ਨੇ ਐਸਾ ਕੁਝ ਵੀ ਨਹੀਂ ਕੀਤਾ, ਤਾਂ ਕਰਕੇ ਉਹਨਾਂ ਦੇ ਜੀਵਨ 'ਚ ਮਾਣ ਹੰਕਾਰ ਵੀ ਕੋਈ ਨਹੀਂ ਆਇਆ। ਬਿਲਕੁਲ ਸਰਲ। ਅਸੀਂ ਧਰਮੀ ਸਮਝਦੇ ਹੀ ਉਸ ਨੂੰ ਆ ਜਿਹੜਾ ਬਿਲਕੁਲ ਔਖਾ ਕੰਮ ਕਰ ਰਿਹਾ ਹੋਏ, ਪਹਾੜਾਂ ਤੇ ਚੜ੍ਹ ਰਿਹਾ ਹੋਏ, ਠੰਡੇ ਪਾਣੀ 'ਚ ਟੁੱਬੀ ਮਾਰ ਲਈ ਭਾਈ ਸਾਹਿਬ ਜੀ ਮੈਂ ਜਾਂਦੇ ਹਾਂ। ਇਹ ਕਿਹੜੀ ਪ੍ਰਾਪਤੀ ਹੋ ਗਈ? ਅਸੀਂ ਨੂੰ ਹੀ ਧਰਮ ਸਮਝਦੇ ਹਾਂ। ਮੇਰੇ ਗੁਰਦੇਵ ਕਹਿੰਦੇ ਇਹ ਕਰਮ ਕਰਕੇ ਉਹਦੇ ਨਾਲ ਆਪਣਾਪਣ ਨਹੀਂ ਬਣਦਾ। ਤੇ ਜਿਨ੍ਹਾਂ ਨੇ ਆਪਣਾਪਨ ਬਣਾਇਆ, ਮੈਂ ਕਈ ਵਾਰ ਉਦਾਹਰਨ ਦਿਆ ਕਰਦਾ, ਪਹਾੜੀ ਰਸਤਾ ਹੈ, ਕੋਈ ਸੰਨਿਆਸੀ ਪੰਡਤ ਜਾ ਰਿਹਾ, ਗ੍ਰੰਥ ਚੁੱਕੇ ਨੇ, ਪੋਥੀਆਂ ਚੁੱਕੀਆਂ, ਕਮੰਡਲ ਚੁੱਕਿਆ। ਇੱਕ ਪਹਾੜਨ ਇਸਤਰੀ ਹੈ, ਉਹਨੇ ਆਪਣਾ ਬੱਚਾ ਚੁੱਕਿਆ ਹੋਇਆ, ਕੁੱਛੜ। ਦੋਨੋਂ ਪਹਾੜ ਤੇ ਚੜ੍ਹ ਰਹੇ ਨੇ। ਅੱਗੇ ਜਾ ਕੇ ਹੁਣ ਪੰਡਤ ਨੇ ਪੋਥੀਆਂ ਚੁੱਕੀਆਂ, ਗ੍ਰੰਥ ਚੁੱਕੇ, ਕਮੰਡਲ ਚੁੱਕੇ, 4-5 ਚੋਲੇ ਸੀ ਉਹਦੇ ਕੋਲ। ਤੇ ਪੰਡਤ ਉਸ ਪਹਾੜਨ ਬੀਬੀ ਨੂੰ ਕਹਿਣ ਲੱਗਾ ਵੀ ਆਪਾਂ ਦੋਨੋਂ ਸਫ਼ਰ ਕਰ ਰਹੇ ਹਾਂ ਇਕੱਠੇ, ਭਾਰ ਚੁੱਕ ਕੇ, ਭਾਰ ਤੁਸੀਂ ਚੁੱਕਿਆ, ਭਾਰ ਮੈਂ ਚੁੱਕਿਆ, ਕੁਝ ਸਮਾਂ ਆਰਾਮ ਕਰਕੇ ਫਿਰ ਆਪਾਂ ਸਫ਼ਰ ਆਰੰਭ ਕਰਾਂਗੇ। ਤੋ ਬੀਬੀ ਕਹਿਣ ਲੱਗੀ ਇਹ ਪੰਡਤ ਭਾਰ ਤੂੰ ਚੁੱਕਿਆ ਹੋਏਗਾ, ਮੈਂ ਆਪਣਾ ਪੁੱਤਰ ਚੁੱਕਿਆ ਹੋਇਆ। ਭਾਰ ਬਗਾਨੇ ਦਾ ਹੁੰਦਾ ਹੈ, ਆਪਣੇਪਣ ਦਾ ਕੋਈ ਭਾਰ ਨਹੀਂ ਹੁੰਦਾ। ਜਿਨ੍ਹਾਂ ਨੇ ਰੱਬ ਨੂੰ ਬਗਾਨਾ ਸਮਝਿਆ, ਭਾਰ ਚੁੱਕ ਲਿਆ ਸਮਝ ਲਓ। ਜਿਨ੍ਹਾਂ ਨੇ ਆਪਣਾ ਸਮਝਿਆ, ਉੱਥੇ ਆਪਣੇਪਣ ਦਾ ਕੋਈ ਭਾਰ ਨਹੀਂ ਹੁੰਦਾ। ਤਾਂ ਹੀ ਬਾਣੀ ਕਹਿਣ ਲੱਗੀ ਪਰਮਾਤਮਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਹਦਾ ਪ੍ਰੇਮ ਪੈਦਾ ਹੋ ਜਾਣਾ। ਪ੍ਰੇਮ ਆਪਣੇਪਨ ਚੋਂ ਪੈਦਾ ਹੁੰਦਾ, ਬਗਾਨੇ ਨਾਲ ਥੋੜ੍ਹਾ ਪ੍ਰੇਮ ਹੁੰਦਾ। ਪ੍ਰੇਮ ਆਪਣੇ ਨਾਲ ਹੁੰਦਾ। ਤੇ ਆਪਣੇਪਨ ਵਿੱਚ ਕੋਈ ਬੋਝ ਨਹੀਂ ਹੁੰਦਾ, ਯਾਦ ਰੱਖਿਓ। ਮਾਂ ਨੂੰ ਆਪਣੇ ਧੀ ਪੁੱਤ ਸਾਂਭਣ ਦਾ ਕੋਈ ਬੋਝ ਨਹੀਂ, ਬਗਾਨੇ ਨਹੀਂ ਸਾਂਭੇ ਜਾਣਗੇ। ਸੋ ਸਤਿਗੁਰ ਕਹਿੰਦੇ ਜਿਨ੍ਹਾਂ ਭਗਤਾਂ ਰੱਬ ਦੇ ਪਿਆਰਿਆਂ ਨੇ ਆਪਣਾਪਨ ਬਣਾ ਲਿਆ ਉਸ ਮਾਲਕ ਨਾਲ, ਉਹ ਸਭ ਤੋਂ ਨਿਰਲੇਪ ਨੇ। ਤੇ ਜਿਨ੍ਹਾਂ ਨੇ ਤੀਰਥ ਕੀਤੇ, ਤਪ ਕੀਤੇ, ਹੱਠ ਕੀਤੇ, ਬੜਾ ਕੁਝ ਕੀਤਾ ਹੈ,
ਉਹਨਾਂ ਦੇ ਜੀਵਨ ਦੇ ਅੰਦਰ ਸੱਚ ਨਾਲ, ਉਹਦੇ ਹੁਕਮ ਨਾਲ ਇੱਕ ਮਿਕਤਾ ਨਹੀਂ ਬਣੀ। ਉਹ ਵਿਰੋਧ ਹੀ ਕਰਦੇ ਰਹੇ, ਉਲਟਾ ਹੀ ਚੱਲਦੇ ਰਹੇ। ਅਸੀਂ ਸਮਝਦੇ ਹੀ ਹਾਂ ਵੀ ਧਰਮ ਹੈ ਰੱਬ ਤੋਂ ਉਲਟਾ ਚੱਲਣਾ, ਉਹਦੀ ਮਰਿਆਦਾ ਤੋਂ ਉਲਟੇ ਤੁਰੋ ਜੀ। ਭੁੱਖ ਲੱਗਦੀ ਹੈ ਵਰਤ ਰੱਖ ਲਓ ਜੀ, ਰੱਬ ਖੁਸ਼ ਹੋ ਜਾਏ। ਕਿਵੇਂ ਖੁਸ਼ ਹੋਏਗਾ? ਮਾਂ ਪਿਓ ਦੀ ਰਸੋਈ ਭਰੀ ਹੋਏ, ਬੱਚਾ ਰੋਟੀ ਨਾ ਖਾਏ, ਮਾਂ ਪਿਓ ਖੁਸ਼ ਹੋਣਗੇ? ਮੰਨ ਲਓ ਮਾਂ ਪਿਓ ਦਾ ਬੱਚਾ ਕੋਈ ਪੈਰੀ ਜੁੱਤੀ ਨਾ ਪਾਏ, ਮਾਂ ਪਿਓ ਖੁਸ਼ ਹੋਣਗੇ? ਮਾਂ ਪਿਓ ਕਹਿਣਗੇ ਵੀ ਘਰ 'ਚ ਕਿੰਨਾ ਜੁੱਤੀਆਂ ਨੇ, ਤੂੰ ਪਾਉਂਦਾ ਕਿਉਂ ਨਹੀਂ ਹੈ? ਤੋ ਜੇ ਕੋਈ ਸਮਝੇ ਵੀ ਕੁਦਰਤ ਦਾ ਵਿਧਾਨ ਜਿਹੜਾ ਰੱਬ ਨੇ ਬਣਾਇਆ ਉਹਦਾ ਵਿਰੋਧ ਕਰਕੇ ਅਸੀਂ ਉਹਦੀ ਖੁਸ਼ੀ ਪ੍ਰਾਪਤ ਕਰਾਂਗੇ, ਸਤਿਗੁਰ ਕਹਿੰਦੇ ਸੰਭਵ ਨਹੀਂ ਹੈ। ਨਹੀਂ ਤੁਲ ਰਾਮ ਨਾਮ ਵਿਚਾਰ, ਉਹਦੇ ਤੋਂ ਵੱਡਾ ਸਾਹਿਬ ਕਹਿੰਦੇ ਕੁਝ ਵੀ ਨਹੀਂ ਹੈ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਜਿਹਨੇ ਇੱਕ ਵਾਰ ਜਪਿਆ। ਫਿਰ ਸਾਹਿਬ ਨੇ ਸਾਰਾ ਜ਼ਿਕਰ ਕਰਕੇ ਫਿਰ ਇਸ ਗੱਲ ਨੂੰ ਦੁਹਰਾਇਆ ਹੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਸੰਸਰ ਦਾ ਅਰਥ ਹੈ ਬਰਾਬਰ। ਕੰਪੇਅਰ ਕਰ ਲਈਏ, ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ। ਉਹਦੇ ਸ਼ੁਕਰਾਨੇ 'ਚ, ਉਹਦੀ ਰਜਾ ਦੇ ਵਿੱਚ ਰਹਿਣਾ ਸਭ ਤੋਂ ਵੱਡੀ ਧਰਮ ਦੀ ਪ੍ਰਾਪਤੀ ਹੈ। ਮਨ ਕਾਮਨਾ ਤੀਰਥ ਦੇ ਛੁਟੈ, ਕਿਸੇ ਦੇ ਮਨ 'ਚ ਕਾਮਨਾ ਹੈ ਤੀਰਥਾਂ ਤੇ ਜਾ ਕੇ ਮੇਰਾ ਸਰੀਰ ਛੁੱਟ ਜਾਏ। ਗਰਭ ਗੁਮਾਨ ਨਾ ਮਨ ਤੇ ਹੁਟੈ, ਪਰ ਉਹਨਾਂ ਦੇ ਮਨ 'ਚੋਂ ਹੰਕਾਰ ਨਹੀਂ ਕਦੇ ਮਿਟਦਾ। ਹੰਕਾਰ ਨਹੀਂ ਮਿਟਿਆ, ਜ਼ਿਆਦਾ ਹੰਕਾਰ ਬਣ ਜਾਂਦਾ। ਸੰਸਾਰ ਨੂੰ ਤਿਆਗਣ ਦਾ ਕਈਆਂ ਨੇ ਮਨ 'ਚ ਹੰਕਾਰ ਪੈਦਾ ਕਰ ਲਿਆ। ਕਬੀਰ ਮਾਇਆ ਤਜੀ ਤਾਂ ਕਿਆ ਪਿਆ, ਜੋ ਮਾਨ ਤਜਿਆ ਨਾ ਜਾਏ। ਮਾਨ ਮੁਨੀ ਮੁਨੀਵਰ ਗਲੇ, ਮਾਨ ਸਭੈ ਕੋ ਖਾਏ। ਰੋਟੀ ਛੱਡ ਦਿੱਤੀ, ਹੰਕਾਰ ਬਣ ਗਿਆ। ਧਨ ਛੱਡ ਦਿੱਤਾ, ਹੰਕਾਰ ਬਣ ਗਿਆ। ਤੋ ਗੁਰਦੇਵ ਆਖਦੇ ਨੇ ਇਸ ਤਰ੍ਹਾਂ ਦੇ ਕਰਮ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨਸ ਅਰ ਰਾਤ। ਸੋਚ ਦਾ ਅਰਥ ਹੈ ਸੋਚ ਰੱਖਣਾ, ਥਿੰਕਿੰਗ ਨਹੀਂ ਇਹਦੇ ਅਰਥ। ਜਦੋਂ ਆਪਾਂ ਜਪਜੀ ਸਾਹਿਬ ਵੀ ਪੜ੍ਹਦੇ ਹਾਂ, ਸੋਚੈ ਸੋਚ ਨਾ ਹੋਵੇ, ਉੱਥੇ ਵੀ ਅਰਥ ਥਿੰਕਿੰਗ ਨਹੀਂ ਹੈ, ਸੋਚਣਾ ਨਹੀਂ ਹੈ। ਉੱਥੇ ਵੀ ਅਰਥ ਹੈ ਜੇ ਬੰਦਾ ਕੋਈ ਬਾਹਰ ਤੋਂ ਸੋਚ ਰੱਖ ਕੇ ਕਹੇ ਵੀ ਮੈਂ ਜ਼ਿਆਦਾ ਧਰਮੀ ਬਣ ਗਿਆ। ਭਗਤ ਰਵਿਦਾਸ ਜੀ ਕੋਲ ਕਿੰਨੀ ਕੁ ਸੋਚ ਹੋਏਗੀ? ਚਮੜੇ ਦੀ ਬਦਬੂ ਆਉਂਦੀ ਹੋਏਗੀ ਮੇਰੇ ਵਰਗੇ ਗਿਆਨੀਆਂ ਨੂੰ। ਭਗਤ ਕਬੀਰ ਜੀ ਕੋਲ ਕਿੰਨੀ ਕੁ ਸੋਚ ਹੋਏਗੀ? ਉਹ ਪੰਡਤ ਆਇਆ ਵੀ ਸੀ, ਪੁੱਛਿਆ ਸੀ ਕਬੀਰ ਕੀ ਕਰਦਾ? ਸੋਚ ਤੇ ਰੱਖ। ਭਗਤ ਜੀ ਕਹਿੰਦੇ ਕਾਹਦੀ? ਕਿਹੜੀ ਸੋਚ ਦੀ ਗੱਲ ਕਰਦੇ ਹੋ? ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਝੂਠੇ ਆਵੇਂ ਜਾਵੇਂ, ਝੂਠੇ ਝੂਠੇ ਮਰੇ ਅਭਾਗੇ। ਕਹੋ ਪੰਡਤ ਸੂਚਾ ਕੌਣ ਠਾਉ, ਜਹਾਂ ਬੈਸ ਹੋ ਭੋਜਨ ਖਾਉ। ਜੇ ਸੋਚ ਹੋ ਸਕਦੀ ਹੈ ਮਨ ਦੇ ਤਲ ਤੇ ਹੋ ਸਕਦੀ ਹੈ, ਸੰਸਾਰ ਦੇ ਤਲ ਤੇ ਸਫਾਈ ਹੋ ਸਕਦੀ ਹੈ, ਸੋਚ ਨਹੀਂ ਹੋ ਸਕਦੀ। ਪਾਣੀ ਨਾਲ ਮੂੰਹ ਸਾਫ਼ ਹੋ ਸਕਦਾ, ਸੁੱਚਾ ਸੱਚ ਨਾਲ ਹੋਏਗਾ। ਹੱਥ ਪੈਰ ਸੁੱਚੇ ਸੇਵਾ ਕਰਕੇ ਹੋਣਗੇ। ਸੋ ਜੇ ਕੋਈ ਸਾਹਿਬ ਕਹਿੰਦੇ ਬੜੀ ਪ੍ਰਕਾਰ ਦੀ ਸੋਚ ਰੱਖਦਾ ਹੋਏ, 10-15 ਵਾਰ ਨਹਾ ਲੈਣ ਨੂੰ ਹੀ ਕੋਈ ਧਰਮ ਸਮਝਦਾ ਹੋਏ, ਬਾਰ-ਬਾਰ ਹੱਥ ਧੋਣ ਨੂੰ ਹੀ ਕੋਈ ਵੱਡਾ ਗਿਆਨ ਸਮਝਦਾ ਹੋਏ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਜਿਹੜੀ ਮਨ ਦੀ ਮੈਲ ਹੈ ਤਨ ਦੇ ਧੋਇਆਂ ਸਤਿਗੁਰ ਕਹਿੰਦੇ ਨਹੀਂ ਦੂਰ ਹੋਣੀ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ। ਜੇ ਕੋਈ ਇਸ ਦੇਹੀ ਦੀ ਬੜੀ ਸਾਧਨਾ ਕਰੇ, ਬਾਰ-ਬਾਰ ਧੋਏ, ਬਾਰ-ਬਾਰ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੈ। ਮਨ ਤੋਂ ਕਦੇ ਵੀ ਵਿਖਿਆ ਦਾ ਅਰਥ ਹੈ ਮੈਲ, ਜ਼ਹਿਰ, ਕੁੜੱਤਨ, ਅਗਿਆਨਤਾ ਦੂਰ ਨਹੀਂ ਹੋਣੀ। ਜਲ ਧੋਵੈ ਬਹੁ ਦੇ ਨੀਤ, ਸ਼ੁੱਧ ਕਹਾਂ ਹੋਏ ਕਾਚੀ ਭੀਤ। ਜਲ ਪਾਣੀ ਦੇ ਨਾਲ, ਜਲ ਦੇ ਨਾਲ, ਜਲ ਧੋਵੈ ਬਹੁ ਦੇ ਹਾਹੇ ਨੂੰ ਹਾਹਾ ਹੈ ਦਾ ਅਰਥ ਹੈ ਸਰੀਰ, ਸਾਡਾ ਤਨ, ਇਸਤਰੀ ਵਾਚਕ। ਜਲ ਧੋਵੈ ਬਹੁ ਦੇ ਅਨੀਤ, ਕਈ ਤਰੀਕੇ ਨਾਲ ਸਰੀਰ ਨੂੰ ਧੋਂਦਾ ਰਹੇ ਜਲ ਦੇ ਨਾਲ। ਫਿਰ ਸਾਹਿਬ ਕਹਿੰਦੇ ਸ਼ੁੱਧ ਕਾਂ ਹੋਏ ਕਾਚੀ ਭੀਤ। ਤੇ ਕੱਚੀ ਭੀਤ ਸ਼ੁੱਧ ਕਿੱਥੋਂ ਹੋ ਜਾਣੀ? ਜਿਵੇਂ ਕੋਈ ਮਿੱਟੀ ਦੇ ਢੇਲੇ ਨੂੰ ਧੋਂਦਾ ਰਹੇ, ਉਹਦੇ ਚੋਂ ਕੀ ਨਿਕਲੇਗਾ? ਤੋ ਕੱਲਾ ਸਾਹਿਬ ਕਹਿੰਦੇ ਦੇਹ ਨੂੰ ਧੋਇਆਂ ਜੀਵਨ ਦੀ ਸ਼ੁੱਧਤਾ ਨਹੀਂ ਮਿਲ ਸਕਦੀ।
ਮਨ ਹਰ ਕੇ ਨਾਮ ਕੀ ਮਹਿਮਾ ਊਚ, ਹੈ ਮਨ ਨੰਨਾ ਮੁਕਤਾ ਹੈ ਮਨ, ਯਾਦ ਰੱਖ। ਕਿਉਂਕਿ ਮਨ ਆਪਣੇ ਵਿਚਾਰਾਂ ਦੇ ਅਧੀਨ ਹੀ ਤਨ ਨੂੰ ਇਹਨਾਂ ਕਰਮਾਂ ਚ ਉਲਝਾਉਂਦਾ ਵੀ ਮਨ ਦੇ ਵੱਲ ਧਿਆਨ ਬੰਦੇ ਦਾ ਜਾਏ ਹੀ ਨਾ। ਇਹ ਮਨ ਨੇ ਉਲਝਾਇਆ ਵੀ ਤੂੰ ਤਨ ਨੂੰ ਧੋ ਲੈ, ਬਸ ਮੇਰੇ ਵੱਲ ਧਿਆਨ ਨਾ ਜਾਏ ਤੇਰਾ। ਇਹ ਮਨ ਹੀ ਬੰਦੇ 'ਚ ਵਿਚਾਰ ਪੈਦਾ ਕਰਦਾ, ਕਿਉਂਕਿ ਮਨ ਚਾਹੁੰਦਾ ਇਹਦਾ ਹੰਕਾਰ ਬਚਿਆ ਰਹੇ। ਪਹਾੜਾਂ ਤੇ ਜਾਏਗਾ, ਹੰਕਾਰ ਬਚਿਆ ਰਹੇਗਾ। ਤੀਰਥਾਂ ਤੇ ਜਾਏਗਾ, ਹੰਕਾਰ ਬਚਿਆ ਰਹੇਗਾ ਵੀ ਮੈਂ ਗੰਗਾ ਗਿਆ, ਮੈਂ ਸਰਸਵਤੀ ਗਿਆ। ਗੁਰੂ ਕੋਲ ਆਏਗਾ, ਹੰਕਾਰ ਉੱਥੇ ਬਹਿ ਕੇ ਸੁਣਨਾ ਪੈਣਾ, ਉੱਥੇ ਸੇਵਾ ਕਰਨੀ ਪੈਣੀ। ਠੀਕ ਹੈ, ਉੱਥੇ ਇਸ਼ਨਾਨ ਵੀ ਹੈ ਸਰੀਰ ਦਾ, ਨਾਲ ਮਨ ਦਾ ਇਸ਼ਨਾਨ ਵੀ ਨਿਰੰਤਰ ਹੈ। ਤਾਂ ਕਰਕੇ ਉੱਧਰ ਜਾਣਾ ਔਖਾ ਹੈ ਥੋੜ੍ਹਾ ਜਿਹਾ, ਕਿਉਂਕਿ ਉੱਥੇ ਫਿਰ ਗੁਰੂ ਇਸ ਮਨ ਨੂੰ ਬੰਨ੍ਹਦਾ ਹੈ ਨਾ ਜੀਵਨ ਦੇ ਅੰਦਰ। ਤਾਂ ਕਰਕੇ ਸਾਹਿਬ ਕਹਿੰਦੇ ਜਿਹੜਾ ਸੰਗਤ ਹੈ, ਗੁਰੂ ਹੈ, ਗੁਰੂ ਕੀ ਬਾਣੀ ਹੈ, ਬਹੁਤ ਵਾਰ ਬੰਦਾ ਉੱਧਰ ਜਾਣ ਦੀ ਬਜਾਏ ਉਹ ਮਾਰਗ ਅਪਣਾ ਲੈਂਦਾ ਹੈ ਜਿਹੜੇ ਜੀਵਨ ਵਿੱਚ ਹੰਕਾਰ ਨੂੰ ਬਰਕਰਾਰ ਰੱਖਦੇ ਨੇ। ਤੋ ਸਾਹਿਬ ਆਖਦੇ ਨੇ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਹੈ ਮਨ ਰੱਬ ਦੇ ਨਾਮ ਦੀ ਮਹਿਮਾ ਬੜੀ ਉੱਚੀ ਹੈ, ਬਾਣੀ ਦੀ ਮਹਿਮਾ ਬੜੀ ਉੱਚੀ ਹੈ। ਗੁਰੂ ਦੇ ਤੀਰਥ ਤੋਂ, ਸੰਗਤ ਤੋਂ ਵੱਡਾ ਕੋਈ ਥਾਂ ਨਹੀਂ ਹੈ ਜਿੱਥੇ ਕਿੰਨਿਆਂ ਦੇ ਮਨ ਧੋਤੇ ਜਾਂਦੇ ਨੇ। ਸੇਵਾ ਦੀ, ਸਿਮਰਨ ਦੀ, ਰੱਬੀ ਭਾਣੇ ਦੀ ਦਾਤ ਮਿਲ ਜਾਂਦੀ ਹੈ। ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਧੰਨ ਗੁਰੂ ਅਰਜੁਨ ਦੇਵ ਸਾਹਿਬ ਕਹਿੰਦੇ, ਨਾਨਕ ਨਾਮ ਦੇ ਨਾਲ ਪਤਾ ਨਹੀਂ ਕਿੰਨੇ ਕੁ ਪਾਰ ਲੰਘੇ ਰੱਬ ਦੇ ਪਿਆਰੇ। ਉਹਨਾਂ ਕੋਲ ਬਹੁਤਾ ਧਨ ਨਹੀਂ ਸੀ ਜਗ ਕਰਨ ਦਾ, ਹਵਨ ਕਰਨ ਦਾ, ਉਹਨਾਂ ਕੋਲ ਸਮਾਂ ਨਹੀਂ ਸੀ ਧਰਤੀ ਦਾ ਭਰਮਣ ਕਰਨ ਦਾ, ਆਪਣੀ ਕਿਰਤ ਵੀ ਕਰਨੀ ਸੀ। ਪਰ ਨਾਮ ਦੇ ਆਸਰੇ, ਮੂਚ ਦਾ ਅਰਥ ਹੈ ਬਹੁਤ ਸਾਰੇ ਸਾਹਿਬ ਕਹਿੰਦੇ ਰੱਬ ਦੇ ਭਗਤ ਜਨ ਪਾਰ ਲੰਘ ਜਾਂਦੇ ਨੇ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਬਹੁਤ ਸਾਰੀਆਂ ਸਿਆਣਪਾਂ ਨੇ। ਤੇ ਇਹ ਕਰਮ ਕਈ ਵਾਰ ਜੋ ਸਾਹਿਬ ਨੇ ਉੱਪਰ ਬਿਆਨ ਕੀਤੇ ਨੇ, ਭਾਵੇਂ ਸਾਨੂੰ ਲੱਗਦੀ ਖੁਸ਼ਕੀ ਹੈ ਐਸੇ ਬਚਨਾਂ 'ਚ, ਮੈਂ ਬੇਨਤੀ ਕਰਦਾ, ਕਿਉਂਕਿ ਜਦੋਂ ਐਸੀ ਵਿਚਾਰ ਚੱਲਦੀ ਹੋਏ ਜਾਂ ਐਸੇ ਬਚਨ ਚੱਲਦੇ ਹੋਣ, ਸਾਨੂੰ ਖੁਸ਼ਕੀ ਜੀ ਪ੍ਰਤੀਤ ਹੁੰਦੀ। ਪਰ ਹਕੀਕਤ ਹੈ, ਜਿਹੜਾ ਕੋਈ ਨਾ ਨੂੰ ਕਬੂਲ ਨਹੀਂ ਨਾ ਕਰ ਸਕਦਾ, ਹਾਂ ਨੂੰ ਵੀ ਕਬੂਲ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਨਾ ਤੋਂ ਹੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ। ਕਿੱਥੋਂ? ਕਿਉਂਕਿ ਮੇਰੇ ਸਾਹਿਬ ਨੂੰ ਪਤਾ ਹੈ, ਸਿੱਖਾ ਜੇ ਤੂੰ ਠੀਕ ਹੈ ਲੋਕ ਲਾਜ ਨਿਭਾਉਂਦਾ ਰਿਹਾ ਵੀ ਕੋਈ ਗੱਲ ਨਹੀਂ, ਲੋਕ ਨਾ ਨਾਰਾਜ਼ ਹੋ ਜਾਣਾ। ਜੇ ਤੂੰ ਨਾ ਨਹੀਂ ਕਹਿਣ ਜਾਣਦਾ, ਤੂੰ ਹਾਂ ਵਾਲਾ ਜੀਵਨ ਵੀ ਨਹੀਂ ਜੀ ਸਕੇਗਾ। ਤੋ ਜਿਹੜੇ ਐਸੇ ਕਰਮ ਨੇ, ਸਤਿਗੁਰ ਕਹਿੰਦੇ ਸਪਸ਼ਟ ਤੌਰ ਤੇ ਇਹਨਾਂ ਨੂੰ ਨਾ ਕਰ ਦਿੱਤੀ ਜਾਏ, ਪੂਰਨ ਤੌਰ ਤੇ ਵਰਜ ਦਿੱਤੇ ਜਾਣ ਜੀਵਨ ਦੇ ਵਿੱਚੋਂ। ਤੋ ਸਾਨੂੰ ਥੋੜ੍ਹੀ ਜਿਹੀ ਖੁਸ਼ਕੀ ਪ੍ਰਤੀਤ ਹੁੰਦੀ ਹੈ, ਕਿਉਂਕਿ ਅਸੀਂ ਥੋੜ੍ਹਾ ਜਿਹਾ ਦੋਗਲਾ ਜਿਹਾ ਰਹਿਣਾ ਚਾਹੁੰਦੇ ਹਾਂ। ਇੱਧਰ ਵੀ ਠੀਕ ਹੈ, ਇੱਧਰ ਵੀ ਠੀਕ ਹੈ, ਆਹ ਵੀ ਠੀਕ ਹੈ ਜੀ, ਆਹ ਵੀ ਠੀਕ ਹੈ। ਭਾਈ ਸਾਹਿਬ ਜੀ, ਸ਼ਰਧਾ ਟੁੱਟਦੀ, ਮੈਂ ਕਿਹਾ ਸ਼ਰਧਾ ਨਹੀਂ ਟੁੱਟਿਆ ਕਰਦੀ, ਅੰਧ ਵਿਸ਼ਵਾਸ ਟੁੱਟਿਆ ਕਰਦੇ ਨੇ। ਇਹ ਯਾਦ ਰੱਖਿਓ ਕਦੇ ਵੀ। ਸ਼ਰਧਾ ਨੂੰ ਤੋੜਨ ਵਾਲਾ ਕੋਈ ਨਹੀਂ ਜੰਮਿਆ। ਭਾਈ ਤਾਰੂ ਸਿੰਘ ਦੀ ਸ਼ਰਧਾ ਨਹੀਂ ਸੀ ਤੋੜ ਸਕਿਆ, ਭਗਤ ਕਬੀਰ ਦੀ ਸ਼ਰਧਾ ਨਹੀਂ ਸੀ ਤੋੜ ਸਕੇ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ। ਨਾਮਦੇਵ ਜੀ ਦੀ ਸ਼ਰਧਾ ਨਹੀਂ ਕੋਈ ਤੋੜ ਸਕਿਆ। ਬਾਬਾ ਮਤੀ ਦਾਸ ਦੀ ਸ਼ਰਧਾ ਨਹੀਂ, ਸ਼ਰਧਾ ਨਹੀਂ ਟੁੱਟਦੀ, ਅਗਿਆਨ ਟੁੱਟਦਾ, ਅੰਧ ਵਿਸ਼ਵਾਸ ਟੁੱਟਦੇ ਨੇ। ਤੇ ਅਸੀਂ ਅੰਧ ਵਿਸ਼ਵਾਸ ਨੂੰ ਸ਼ਰਧਾ ਸਮਝਦੇ ਹਾਂ। ਹੰਕਾਰ ਜੁੜਿਆ ਹੁੰਦਾ ਹੈ ਨਾ ਉਸ ਅੰਧ ਵਿਸ਼ਵਾਸ ਨਾਲ। ਤਾਂ ਕਰਕੇ ਫਿਰ ਸਾਨੂੰ ਲੱਗਦਾ ਭਾਈ ਸਾਹਿਬ ਜੀ ਨਹੀਂ, ਇੱਦਾਂ ਨਹੀਂ ਚਾਹੀਦਾ। ਮੈਂ ਫਿਰ ਬੇਨਤੀ ਕਰਾਂ, ਸ਼ਰਧਾ ਨਹੀਂ ਟੁੱਟੇਗੀ ਕਦੇ ਵੀ, ਅੰਧ ਵਿਸ਼ਵਾਸ ਟੁੱਟਦਾ ਹੈ। ਤੇ ਅੰਧ ਵਿਸ਼ਵਾਸ ਨੂੰ, ਸ਼ਰਧਾ ਨੂੰ ਗੁਰੂ ਨੇ ਮਿਕਸ ਨਹੀਂ ਕੀਤਾ, ਅਸੀਂ ਕਰ ਲੈਂਦੇ। ਅਸੀਂ ਅੰਧ ਵਿਸ਼ਵਾਸ ਨੂੰ ਸ਼ਰਧਾ ਦੇ ਪੁਸ਼ਾਕ ਵਿੱਚ ਰੱਖ ਕੇ ਸਾਰੀ ਜ਼ਿੰਦਗੀ ਉਹ ਕਰਮ ਕਰਦੇ ਰਹਿੰਦੇ ਹਾਂ। ਤੇਲੀ ਦੇ ਉਸ ਬਲਦ ਵਰਗੇ, ਪਹੁੰਚਦੇ ਕਿਤੇ ਵੀ ਨਹੀਂ। ਜੈਸੇ ਤੇਲੀ ਕੋ ਬੈਲ ਜਾਨਤ ਕਈ ਕੋਸ ਚਲਿਓ, ਨੈਣ ਉਗਰਤ ਵਹੀ ਠੌਰ ਹੀ ਠਿਕਾਨੋ ਹੈ। ਉੱਥੇ ਦੇ ਉੱਥੇ ਖਲੋਤੇ ਹੁੰਦੇ ਆ। ਤੋ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਭਾਈ,
ਐਸੀਆਂ ਸਿਆਣਪਾਂ ਚੋਂ ਡਾਰੀ ਵਿਆਪਣਾ ਹੈ। ਐਸੀਆਂ ਸਿਆਣਪਾਂ ਚੋਂ ਆਤਮਿਕ ਪ੍ਰਫੁੱਲਤਾ ਨਹੀਂ ਪੈਦਾ ਹੋਣੀ। ਬਹੁਤ ਸਿਆਣਪ ਜਮ ਕਾ ਪਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨ ਨਾ ਧਰਾਪੈ। ਕਿੰਨੇ ਵੀ ਯਤਨ ਕਰੇ ਬੰਦਾ ਰੱਜਦਾ ਨਹੀਂ ਹੈ, ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕਦੀ। ਭੇਖ ਅਨੇਕ ਅਗਣ ਨਹੀਂ ਬੁਝੈ, ਬਾਹਰ ਦੇ ਕਈ ਤਰ੍ਹਾਂ ਦੇ ਭੇਖ ਅੰਦਰ ਦੀ ਅੱਗ ਨੂੰ ਨਹੀਂ ਬੁਝਾ ਸਕਦੇ। ਤ੍ਰਿਸ਼ਨਾ ਦੀ, ਲੋਭ ਦੀ, ਹੰਕਾਰ ਦੀ, ਉਹ ਨਹੀਂ ਬੁਝੀ। ਕੋਟ ਉਪਾਵ ਦਰਗਾਹ ਨਹੀਂ ਸਿੱਝੈ, ਇਸ ਤਰ੍ਹਾਂ ਦੇ ਕਈ ਉਪਾਵ ਰੱਬ ਦੀ ਦਰਗਾਹ 'ਚ ਸਿੱਝੈ ਦਾ ਅਰਥ ਹੈ ਸੁਰਖਰੂ, ਪ੍ਰਵਾਨਗੀ ਨਹੀਂ ਦਵਾ ਸਕਦੇ। ਕੋਈ ਕਹੇ ਵੀ ਇਹ ਕਰਮ ਕਰਕੇ ਰੱਬ ਦੇ ਹੁਕਮ ਤੋਂ ਉਲਟਾ ਚੱਲ ਕੇ ਸਾਨੂੰ ਉਹ ਜਾਂਦਿਆਂ ਸਰੋਪੇ ਪਾ ਦੇਗਾ, ਐਸਾ ਨਹੀਂ ਹੈ। ਸਰੋਪਾ ਮਿਲਦਾ ਹੀ ਉਹਨੂੰ ਹੈ ਜਿਹੜਾ ਉਹਦੀ ਰਜਾ ਅਨੁਸਾਰ ਤੁਰੇ। ਛੂਟਤ ਨਾਹੀ ਊਬ ਪਿਆਲ, ਮੋਹ ਵਿਆਪੈ ਮਾਇਆ ਜਾਲ। ਛੁੱਟਦਾ ਨਹੀਂ ਹੈ। ਊਬ ਪਿਆਲ, ਉੱਚਾ ਥੱਲੇ, ਪਿਆਲ ਦਾ ਅਰਥ ਹੈ ਨੀਵੇਂ। ਕੋਈ ਸਾਹ ਤਾਂ ਚੜਾਉਂਦਾ ਰਹੇ, ਅਲੋਮ ਵਿਲੋਮ ਕਰਦਾ ਰਹੇ, ਉਲਟਾ ਹੋ ਜਾਏ, ਪੈਰ ਉੱਤੇ ਨੇ ਸਿਰ ਥੱਲੇ ਨੇ। ਮੋਹ ਵਿਆਪੈ ਮਾਇਆ ਜਾਲ। ਸਤਿਗੁਰ ਕਹਿੰਦੇ ਇਹ ਵੀ ਮਾਇਆ ਹੈ ਬੜੀ ਬਰੀਕ। ਮਾਇਆ ਦੇ ਕਈ ਰੂਪ ਨੇ, ਇਹ ਵੀ ਇੱਕ ਪ੍ਰਕਾਰ ਦੀ, ਕਿਉਂਕਿ ਮਾਇਆ ਆਪਣੇ ਬਾਹਰੀ ਰੂਪ ਬਦਲਦੀ ਜਾਂਦੀ ਹੈ, ਸੂਖਸ਼ਮ ਹੁੰਦੀ ਜਾਂਦੀ ਹੈ। ਇਹ ਮਾਇਆ ਦਾ ਬੜਾ ਸੂਖਸ਼ਮ ਰੂਪ ਹੈ। ਜਿਹੜਾ ਬੰਦਾ ਕਹਿ ਰਿਹਾ ਮੈਂ ਹੰਕਾਰ ਨਹੀਂ ਕਰਦਾ, ਇਹ ਵੀ ਹੰਕਾਰ ਦਾ ਬੜਾ ਸੂਖਸ਼ਮ ਰੂਪ ਹੈ। ਜਿਹੜਾ ਕਹਿ ਰਿਹਾ ਜੀ ਨਹੀਂ ਜੀ ਮੈਂ ਗਿਆਨੀ ਨਹੀਂ, ਮੈਂ ਗਿਆਨੀ, ਇਹ ਵੀ ਹੰਕਾਰ ਦਾ ਬੜਾ ਇਹਦਾ ਅਰਥ ਹੈ ਸਮਝ ਰਿਹਾ ਅੰਦਰ ਚੋਂ, ਕਹਿ ਰਿਹਾ ਬਸ ਵੀ ਕੋਈ ਕਹੇ ਨਹੀਂ ਭਾਈ ਸਾਹਿਬ ਜੀ ਤੁਹਾਡੇ ਕੋਲ ਤੇ ਬੜਾ ਗਿਆਨ ਹੈ। ਤੋ ਰਿੱਧੀਆਂ ਸਿੱਧੀਆਂ ਵੀ ਮਾਇਆ ਦਾ ਸੂਖਸ਼ਮ ਰੂਪ ਹੀ ਹੈ, ਬੜਾ ਬਰੀਕ। ਉਹ ਵੀ ਮਾਇਆ ਤਾਂ ਹੀ ਰਿੱਧ ਸੇ ਦਵਰਾਂ ਸਾਧ ਸਾਹਿਬ ਨੇ ਕਿਹਾ। ਤੋ ਸਾਹਿਬ ਜੀ ਆਖਦੇ ਨੇ ਮੋਹ ਵਿਆਪੈ ਮਾਇਆ ਜਾਲ, ਆਵਰ ਕਰਤੂਤ ਸਗਲੀ ਜਮ ਡਾਨੈ। ਕਰਤੂਤ ਕਰਮ ਜਿੰਨੇ ਐਕਸ਼ਨ ਨੇ ਉਸ ਰੱਬ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਕਰਮ ਨੇ ਸਾਰਿਆਂ ਦੇ ਉੱਤੇ ਜਮ ਦਾ ਡੰਡ ਲੱਗਦਾ, ਟੈਕਸ ਲੱਗਦਾ ਉਹਨਾਂ ਤੇ ਸਭ ਤੇ। ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ। ਰੱਬ ਦੇ ਭਜਨ ਤੋਂ ਬਿਨਾਂ ਤਿਲ ਜਿੰਨਾ ਵੀ ਸਤਿਗੁਰ ਕਹਿੰਦੇ ਇਹਨਾਂ ਦਾ ਵਜ਼ਨ ਨਹੀਂ ਹੈ, ਤਿਲ ਜਿੰਨੀ ਵੀ ਇਹਨਾਂ ਦੀ ਕੀਮਤ ਨਹੀਂ ਹੈ। ਹਰ ਨਾਮ ਜਪਤ, ਸਤਿਗੁਰ ਕਹਿਣ ਲੱਗੇ ਵਾਹਿਗੁਰੂ ਦਾ ਨਾਮ ਜਪਦੇ ਹਾਂ, ਹਰ ਕਾ ਨਾਮ ਜਪਤ ਦੁੱਖ ਜਾਏ, ਨਾਨਕ ਬੋਲੇ ਸਹਿ ਸੁਭਾਏ। ਕੋਈ ਫੋਰਸ ਨਹੀਂ ਕਰ ਰਹੇ ਸਤਿਗੁਰ, ਕੋਈ ਜ਼ਬਰਦਸਤੀ ਨਹੀਂ ਕਰ ਰਹੇ, ਪਰ ਸਤਿਗੁਰ ਦੱਸ ਰਹੇ ਨੇ ਵੀ ਇਹ ਰਾਹ ਤੇ ਜਾਏਗਾ, ਇਹ ਰਾਜਸਥਾਨ ਵਰਗਾ ਖੁਸ਼ਕ ਰਸਤਾ ਹੈ। ਨਦੀ ਤੁਰ ਪਈ ਰਾਜਸਥਾਨ ਨੂੰ, ਖਤਮ ਹੋ ਗਈ। ਇੱਕ ਰਾਹ ਹੈ ਉਸ ਸਮੁੰਦਰ ਵੱਲ ਨੂੰ ਜਾਂਦਾ ਹੈ। ਨਦੀ ਤੁਰੀ, ਤੁਰਦੀ ਤੁਰਦੀ ਸਮੁੰਦਰ ਦਾ ਰੂਪ ਹੋ ਗਈ। ਇੱਕ ਹੈ ਇਹ ਰਾਹ ਹੱਠ ਤਪ ਦਾ, ਜਿੱਥੇ ਖੁਸ਼ਕੀ ਬੜੀ ਹੈ, ਤਲਖੀ ਬੜੀ ਹੈ, ਹੰਕਾਰ ਬੜਾ ਹੈ, ਮਾਣ ਬੜਾ ਹੈ। ਇੱਕ ਰਾਹ ਹੈ ਰੱਬੀ ਭਾਣੇ ਰਜਾ ਉਹਦੀ ਭਗਤੀ ਦਾ, ਜਿਹਦੇ 'ਚ ਆਨੰਦ ਬੜਾ ਹੈ। ਹੁਕਮ ਰਜਾਈ ਦੇ ਮਾਰਗ ਤੇ ਜਿਹੜੇ ਤੁਰੇ, ਤੁਰਦੇ 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 ਇੱਕ ਦਿਨ ਕਬੀਰ ਨਹੀਂ ਰਿਹਾ, ਭਗਤ ਸੈਣ ਨਹੀਂ ਰਹੇ, ਉਹ ਰੱਬ ਦਾ ਹੀ ਰੂਪ ਹੋ ਗਏ। ਅਬ ਤੋਂ ਜਾਏ ਚੜੇ ਸਿੰਘਾਸਣ। ਗੁਰਬਾਣੀ ਦੀ ਲੜੀਵਾਰ ਪਾਵਨ ਵਿਚਾਰ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚੋਂ ਤੀਸਰੀ ਅਸ਼ਟਪਦੀ, ਜਿਸ ਦੀ ਆਪਾਂ ਅੱਜ ਆਰੰਭਤਾ ਕਰਨ ਜਾ ਰਹੇ ਹਾਂ। ਸ਼ਲੋਕ ਤੇ ਪਹਿਲੇ ਪਦੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪਾਂ ਅਦਬ ਸਹਿਤ ਵਿਚਾਰ ਨਾਲ ਜੁੜਨਾ ਕਰੀਏ। ਪਿਆਰ ਸਹਿਤ ਸਾਰੀ ਸੰਗਤ ਜੋ ਗੁਰਚਰਨਾਂ ਵਿੱਚ ਬੈਠੀ ਹੈ, ਘਰਾਂ ਪਰਿਵਾਰਾਂ 'ਚ ਮੀਡੀਆ ਰਾਹੀਂ ਜੋ ਵੀ ਗੁਰਮੁਖ ਪਿਆਰੇ ਜਗਿਆਸੂ ਜਨ ਇਸ ਦਰ ਘਰ ਤੋਂ ਬਾਣੀ ਦਾ ਕੀਰਤਨ ਵਿਚਾਰ ਸਰਵਣ ਕਰਦੇ ਨੇ, ਪਿਆਰ ਸਹਿਤ ਸਾਰੇ ਸਤਸੰਗੀ ਜਨ ਫਤਿਹ ਦੀ ਆਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ।
ਇਹ ਸ਼ਲੋਕ ਹੈ। ਜੇ ਸ਼ਲੋਕ ਵਿੱਚ ਸਤਿਗੁਰ ਨੇ ਇਹ ਵਿਚਾਰ ਸਾਡੇ ਸਨਮੁਖ ਰੱਖੀ ਹੈ, ਸੰਸਾਰ ਦੇ ਅੰਦਰ ਕਿਤਨੇ ਪ੍ਰਕਾਰ ਦੇ ਮਜ਼ਹਬ ਮਤ ਮਤੰਤਰ ਨੇ, ਜਿਹੜੇ ਆਪਣੇ ਆਪਣੇ ਢੰਗ ਦੇ ਨਾਲ ਪ੍ਰਭੂ ਪ੍ਰਾਪਤੀ ਦਾ ਮਾਰਗ ਦੱਸਦੇ ਨੇ। ਪਰ ਗੁਰਮਤਿ ਨੇ ਸਭਨਾਂ ਤੋਂ ਸ੍ਰੇਸ਼ਟ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਬਿਆਨ ਕੀਤਾ। ਕਈਆਂ ਨੇ ਹੱਠ ਕੀਤੇ, ਕਈਆਂ ਨੇ ਸਰੀਰ ਦੇ ਸਾਧਨ ਸਾਧੇ ਜੋਗੀ ਬਣ ਗਏ, ਕਈਆਂ ਨੇ ਹਵਨ ਕੀਤੇ, ਕਈਆਂ ਨੇ ਤੀਰਥ ਕੀਤੇ, ਕਈਆਂ ਨੇ ਵਰਤ ਰੱਖੇ, ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਇਸ ਅਸ਼ਟਪਦੀ ਅੰਦਰ ਕਰਕੇ ਇਹ ਦੱਸਦੇ ਨੇ ਸਭ ਤੋਂ ਉੱਤਮ ਮਾਲਕ ਵਾਹਿਗੁਰੂ ਦਾ ਨਾਮ ਹੈ। ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ, ਹਵਨ ਕੌਣ ਕਰਾਏਗਾ ਅੱਜ ਦੇ ਸਮੇਂ 'ਚ? ਅੱਜ ਦੇ ਸਮੇਂ 'ਚ ਆਪਾਂ ਧਰਤੀ ਦੇ ਭਰਮਣ ਦੀ ਗੱਲ ਕਰੀਏ, ਤੀਰਥਾਂ 'ਤੇ ਬੜਾ ਮੁਸ਼ਕਲ ਹੈ। ਸਾਰੇ ਨਹੀਂ ਕਰ ਸਕਣਗੇ, ਕਰ ਜ਼ਰੂਰ ਲੈਣਗੇ, ਪਰ ਕੁਝ ਲੋਕ ਹੀ ਕਰ ਸਕਦੇ ਨੇ। ਪਰ ਜੇ ਆਪਾਂ ਨਾਮ ਜਪਣ ਦਾ ਜ਼ਿਕਰ ਕਰੀਏ, ਉਹ ਕੋਈ ਵੀ ਜਪ ਸਕਦਾ ਹੈ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪ ਸਕਦਾ ਹੈ। ਕਿਰਤਕਾਰ ਕਰਦਿਆਂ ਹੋਇਆਂ ਧਿਆਨ ਆਪਣਾ ਉਸ ਮਾਲਕ ਦੇ ਚਰਨਾਂ ਦੇ ਅੰਦਰ ਰੱਖ ਸਕਦਾ ਹੈ। ਬਾਕੀ ਕਰਮ ਸਾਰੇ ਨਹੀਂ ਕਰ ਸਕਦੇ। ਮੈਂ ਕੱਲ ਬੇਨਤੀ ਕੀਤੀ ਸੀ, ਲੰਗਰ ਸਾਰੇ ਨਹੀਂ ਲਾ ਸਕਦੇ। ਮੈਨੂੰ ਇਹ ਵੀ ਕਹਿਣ ਦੇਣਾ, ਅਖੰਡ ਪਾਠ ਸਾਹਿਬ ਸਾਰੇ ਨਹੀਂ ਰਖਾ ਸਕਦੇ। 5100 ਦੀ ਪਰਚੀ ਪਹਿਲੋਂ ਕਟਾਊਗਾ, ਫੇਰ ਹੀ ਕੋਈ ਰਖਾਊਗਾ। ਤੋ ਜਿਹਦੀ ਦਾਲ ਫੁਲਕਾ